गुरु खालसा साध संगत जियो। वाहेगुरु जी का खालसा वाहेगुरु जी की फतेह। बहुत बड़े भाग अपने सतगुरु जी ने आपां नूं अपनी निੱਘੀ मिठी गोद विच बैठण दा सुभाग बख्शिश कीता है। सतगुरु जी का बहुत बहुत धन्नवाद। जिस तरह गरीब नवाज सतगुरु जी ने आपां नूं इस भागीਆਂ घड़ियां बख्शियां ने, थोड़ी जी होर किरपा अपने सारिਆਂ ते करन। मन विच सावधानता, एकाग्रता, शरधा, भावना, प्रेम बख्श के शब्द सुरत का मिलाप कराउंदियां होइयां इस अमृत बाणी की शब्द विचार का पूरा पूरा लाहा खट्टण का आपां नूं बल समर्था बुद्धि बख्शण। अज गुरु पिता जी अपने पवित्र पावन अंग 57 तो अपने पहले स्वरूप राही अध विचकार 3 नंबर तो बाद पवित्र पावन उपदेश बख्शिश कर रहे ने। गरीब नवाज अपनी महा मिठड़ी अति सच्ची सुच्ची अति सुंदर रसना तो फरमा रहे ने। कस कस वट्टी लाइए परखे हित चित लाए, खोटे ठौर ना पाए नी खरे खजाना पाए। आस अंदेशा दूर कर इयों मल जाए समाए। ਇਹਦੇ ਵਿੱਚ ਸਾਧ ਸੰਗਤ ਜੀ ਜਿਵੇਂ ਇਉਂ ਹੈ, ਇਹ ਨਾ 4-5 ਸ਼ਬਦ ਨੇ। ਇਉਂ, ਜਿਉਂ, ਕਿਉਂ, ਸਿਉਂ। ਇਹ ਲਗਭਗ ਸਾਰੇ ਬਿੰਦੀ ਨਾਲ ਬੋਲੇ ਜਾਂਦੇ ਨੇ। ਬਿਨਾਂ ਬਿੰਦੀ ਤੋਂ ਇਹਨਾਂ 'ਚੋਂ ਕੋਈ ਨਹੀਂ ਬੋਲਿਆ ਜਾਂਦਾ। ਇਹਨੂੰ ਆਪਾਂ ਇਉਂ ਨਹੀਂ ਬੋਲਣਾ, ਇਉਂ ਬੋਲਣਾ। ਜਿਵੇਂ ਆਪਾਂ ਕਿਉਂ ਨਹੀਂ ਬੋਲਦੇ ਕਿਉਂ, ਇਸੇ ਤਰ੍ਹਾਂ ਸਿਉਂ, ਜਿਉਂ, ਤਿਉਂ। ਇਹ ਧਿਆਨ ਰੱਖਣਾ। ਅੰਦੇਸ਼ਾ बाबा जी ने आपां नूं दस्सिया भी ये सस्से दे पैर च बिंदी नाल बोलिया जाता है। अंदेशा नहीं, अंदेशा। इस तरह खजाना है, जजे दे पैर च बिंदी नाल खजाना है। धन श्री गुरु नानक देव महाराज बेदी कुल दे कुलभूषण फरमा रहे ने, कस कस वट्टी लाई है। परमात्मा साध संगत जी अपने प्यारिਆਂ ਨੂੰ सराफ वांग ਐਨ खिच के घसा के कसवट्टी लाउंदा, भाव ਪ੍ਰੀਖਿਆ ਲੈਂਦਾ। जिमें सराफ दे कोल कोई बंदा गहने लैके जावे, सराफ ਉਹਨੂੰ ऐदा नहीं लै लैंदा, ਉਹ ਤੇ कसवट्टी ਲਾਉਂਦਾ है। घसा के ਉਹਦੇ ਕੋਲ ਇੱਕ ਪੱਥਰ ਹੁੰਦਾ, ਉਹ ਤੋਂ ਪਤਾ ਲੱਗ ਜਾਂਦਾ ਸੋਨੇ ਦੀ ਸ਼ੁੱਧਤਾ ਕਿੰਨੀ ਹੈ, ਉਹਦੇ ਵਿੱਚ ਖੋਟ ਕਿੰਨਾ ਹੈ, ਉਹ ਤੋਂ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਜਿਹੜਾ ਸੱਚਾ ਸਰਾਫ ਹੈ ਸਤਿਗੁਰੂ, ਇਹ ਆਪਣੇ ਸਿੱਖਾਂ ਦਾ ਇਮਤਿਹਾਨ ਲੈਂਦਾ, ਪਰਖ ਕਰਦਾ। ਕੋਈ ਮਰਜੀਵੜਾ ਉਹ 'ਤੇ ਪਾਸ ਹੁੰਦਾ ਫਿਰ ਜਿਹਦੇ ਉੱਤੇ ਉਹਦੀ ਵਿਸ਼ੇਸ਼ ਕਿਰਪਾ ਹੋਵੇ, ਨਹੀਂ ਤਾਂ ਉਹਦੇ ਇਮਤਿਹਾਨ ਨੂੰ ਪਾਸ ਕਰਨਾ ਕਿਸੇ ਸਿੱਖ ਦੇ ਵੱਸ ਦੀ ਗੱਲ ਨਹੀਂ। ਜਿਹਤੇ ਆਪ ਵਿਸ਼ੇਸ਼ ਕਿਰਪਾ ਕਰੇ ਉਹੀ ਉਹਦੇ ਇਮਤਿਹਾਨ 'ਚੋਂ ਪਾਸ ਹੁੰਦਾ। ਗਰੀਬ ਨਵਾਜ ਨੇ ਆਪ ਭਾਈ ਲਹਿਣਾ ਜੀ 'ਤੇ ਬਹੁਤ ਸਾਰੀਆਂ ਕਸਵੱਟੀਆਂ ਲਾਈਆਂ, ਤੇ ਜਦੋਂ ਫਿਰ ਉਹ ਕਸਵੱਟੀਆਂ ਦੇ ਉੱਤੇ ਖਰੇ ਉਤਰੇ ਤਾਂ ਹੀ ਫਿਰ ਉਹਦੇ ਆਪਣਾ ਜਿਹੜੀ ਗੁਰੂ ਨਾਨਕ ਦੀ ਜੋਤ ਸੀ ਤਾਂ ਉਹ ਭਾਈ ਲਹਿਣੇ ਦੇ ਅੰਦਰ ਟਿਕਾ ਕੇ ਉਹਨਾਂ ਨੂੰ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਬਣਾ ਦਿੱਤਾ। ਜਿਵੇਂ ਸੰਸਾਰਕ ਕਲਾਸਾਂ ਨੇ ਕੋਈ ਵੀ ਇਮਤਿਹਾਨ ਤੋਂ ਬਗੈਰ ਪ੍ਰਮੋਟ ਹੋ ਕੇ ਉੱਪਰਲੀ ਕਲਾਸ 'ਚ ਨਹੀਂ ਜਾਂਦਾ। ਹਰੇਕ ਪ੍ਰਮੋਸ਼ਨ ਲਈ ਕਲਾਸਾਂ ਦੀ ਹਰੇਕ ਅਗਲੀ ਕਲਾਸ 'ਚ ਚੜ੍ਹਨ ਲਈ ਇਮਤਿਹਾਨ ਦੇਣਾ ਅਤੀ ਜ਼ਰੂਰੀ ਹੈ। ਇਸੇ ਤਰ੍ਹਾਂ ਧਰਮ ਦੇ ਵਿੱਚ ਵੀ ਉੱਪਰਲੀ ਅਵਸਥਾ ਪ੍ਰਾਪਤ ਕਰਨ ਵਾਸਤੇ ਇਹ ਕਸਵੱਟੀ ਸਹਿਣੀ ਪੈਂਦੀ ਹੈ। ਬਾਬਾ ਕਬੀਰ ਜੀ ਵੀ ਆਪਣੀ ਮੁਬਾਰਕ ਰਸਨ ਤੋਂ ਫਰਮਾਉਂਦੇ ਨੇ ਕਿ ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ। ਜੋ ਭਾਵ ਮੁਰਦਾ ਭਾਵ ਹੋਵੇ, ਮਰਜੀਵੜਾ ਹੋਵੇ, ਉਹੀ ਪਰਮਾਤਮਾ ਦੀ ਕਸੌਟੀ ਨੂੰ ਸਹਿ ਸਕਦਾ, नहीं दूसरा नहीं सह सकता। पर संसारक इम्तिहानां दा ये फर्क है कि इन्हां दा एक तां समा निश्चित हुंदा है कि जी मार्च के महीने, अप्रैल के महीने, मई के महीने तुहाडे इम्तिहान होने ने।
ਇੱਕ ਇਹਨਾਂ ਦਾ ਸਿਲੇਬਸ ਸੀਮਾ ਦੇ ਵਿੱਚ ਹੁੰਦਾ ਹੈ ਕਿ ਜੀ ਇਹ ਬੁੱਕਸ ਨੇ, ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਹੈ ਪੇਪਰ ਲਿਆ ਜਾਏਗਾ ਤੁਹਾਡਾ। ਧਰਮ ਦਾ ਸਿਲੇਬਸ ਧਰਮ ਦੇ ਵਾਂਗ ਹੀ ਅਸੀਮ ਹੈ। ਧਰਮ ਦਾ ਪਤਾ ਨਹੀਂ ਕਿੱਥੇ ਪੈ ਜੇ ਪੇਪਰ, ਕਦੋਂ ਪੈ ਜੇ, ਕਿਹੜੇ ਪਾਸਿਓਂ ਪੈ ਜੇ। ਗਰੀਬ ਨਵਾਜ ਦੀ ਕਿਰਪਾ ਹੋਵੇ ਫਿਰ ਹੀ ਇਸ ਇਮਤਿਹਾਨ ਨੂੰ ਪਾਸ ਕੀਤਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ, ਉਦੋਂ 13 ਲੰਗਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਚੱਲਦੇ ਹੁੰਦੇ ਸੀ। ਇੰਨੀ ਸੰਗਤ ਜੁੜਦੀ ਸੀ ਗਰੀਬ ਨਵਾਜ ਦੇ ਦੀਦਾਰੇ ਕਰਨ ਵਾਸਤੇ। ਮੇਰੇ ਚੋਜੀ ਪ੍ਰੀਤਮ ਨੇ ਸੋਚਿਆ ਚਲੋ ਅੱਜ ਲੰਗਰਾਂ ਦੀ ਪਰਖ ਕਰੀਏ। ਮੇਰੇ ਪ੍ਰੀਤਮ ਨੇ ਆਪਣਾ ਭੇਸ ਵਟਾਇਆ। ਸਾਧ ਸੰਗਤ ਜੀ, ਉਹ ਤਾਂ ਵੈਸੀ ਕਿਸੇ ਤੇ ਮਾਇਆ ਪਾ ਦੇਣ, ਆਪਣੇ ਅਸਲੀ ਸਰੂਪ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਪਹਿਚਾਣ ਨਹੀਂ ਸਕਦੇ, ਪਰ ਉਹਨਾਂ ਨੇ ਭੇਸ ਵਟਾ ਲਿਆ। ਫਿਰ ਹੁਣ ਉਹ ਵਾਰੀ ਲੰਗਰਾਂ ਦੇ ਵਿੱਚ ਜਾਂਦੇ ਨੇ। ਕੋਈ ਕਹਿੰਦਾ ਜੀ ਆਟਾ ਗੁੰਨਿਆ ਪਿਆ, ਦਾਲ ਰਿੱਝੇ ਪਈ ਹੋਈ ਹੈ, ਠਹਿਰੋ 10 ਮਿੰਟ ਲੱਗਣਗੇ। ਕੋਈ ਕਹਿੰਦਾ ਜੀ ਆਟਾ ਗੁੰਨਣ ਲੱਗੇ ਹੋਏ ਆ, ਦਾਲ ਬਣੀ ਪਈ ਆ। ਕੋਈ ਕਹਿੰਦਾ ਜੀ ਅਜੇ ਬਸ ਅਸੀਂ ਤਿਆਰੀ ਲੱਗੇ ਹੋਏ ਆ ਕਰਨ। ਜਾਂਦਿਆਂ ਅਖੀਰ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਆ, ਜਿਹੜੇ ਕਿ ਅੰਮ੍ਰਿਤ ਛਕ ਕੇ ਭਾਈ ਨੰਦ ਲਾਲ ਤੋਂ ਭਾਈ ਨੰਦ ਲਾਲ ਸਿੰਘ ਬਣ ਗਏ ਸੀ, ਉਹਨਾਂ ਦੇ ਲੰਗਰ 'ਚ ਗਏ ਨੇ। ਉਹਨਾਂ ਦੇ ਵੀ ਆਟਾ ਗੁੰਨਿਆ ਪਿਆ ਸੀ, ਦਾਲ ਰਿੰਨਣ ਵਾਲੀ ਸੀ, ਅਜੇ ਰਿੱਝਣ ਵਾਲੀ ਉਹ ਸੀ। ਤਾਂ ਉਹ ਜਦੋਂ ਆਇਆ ਮੁਸਾਫਰ, ਤਾਂ ਉਹਨਾਂ ਨੇ ਕੀ ਕੀਤਾ, ਜਿਹੜੇ ਪ੍ਰਸ਼ਾਦੇ ਪਏ ਸੀ ਉਹਨਾਂ ਦੇ ਉੱਤੇ ਅਚਾਰ ਰੱਖਿਆ। ਕਹਿੰਦੇ ਜੀ ਖਾਲਸਾ ਜੀ ਇਹ ਛਕੋ, ਇੰਨੀ ਦੇਰ 'ਚ ਬਸ ਮੈਂ ਹੁਣੇ ਲਾ ਦੇਣਾ 2 ਰੋਟੀਆਂ ਤੁਹਾਡੇ, ਸਮਾਪਤ ਕਰਦਿਆਂ। ਗੁਰੂ ਸਤਿਗੁਰੂ ਨੇ ਉਹ ਬੈਠਾ ਪ੍ਰਸ਼ਾਦਾ ਲਿਆ। ਕਹਿੰਦੇ ਬਸ ਜੀ ਮੈਨੂੰ ਕਾਹਲੀ ਹੈ, ਮੇਰੇ ਲਈ ਇੰਨਾ ਹੀ ਕਾਫੀ ਹੈ ਅਤੇ ਮੈਂ ਖਾ ਲਾਂਗੇ ਅੱਗੇ ਜਾ ਕੇ ਮੇਰੇ ਸਾਥੀਆਂ ਕੋਲ। ਜੋ ਵੀ ਕਿਹਾ, ਗਰੀਬ ਨਵਾਜ ਨੇ ਉਹ ਪ੍ਰਸ਼ਾਦੇ ਜੇਬ ਵਿੱਚ ਪਾਏ, ਮੱਥੇ ਨੂੰ ਲਾਏ। ਧੰਨ ਹੈ ਸਿੱਖਾ ਤੂੰ, ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਹੈ। ਦੂਸਰੇ ਦਿਨ ਸਵੇਰੇ ਸੁਨੇਹਾ ਭੇਜਿਆ ਭਾਈ ਨੰਦ ਲਾਲ ਸਿੰਘ ਜੀ ਨੂੰ ਕਿ ਤੈਨੂੰ ਗੁਰੂ ਮਹਾਰਾਜ ਯਾਦ ਕਰਦੇ ਨੇ। ਆਟਾ ਗੁੰਨ ਰਹੇ ਸੀ। ਦੇਖੋ ਦੀਵਾਨ ਦੀ ਪਦਵੀ ਸੀ ਭਾਈ ਨੰਦ ਲਾਲ ਸਿੰਘ ਜੀ ਕੋਲ। ਐਵੇਂ ਨੇ ਉਹਨਾਂ ਨੂੰ ਚਰਨ ਕਮਲਾਂ ਦੇ ਭੌਰਿਆਂ ਦਾ ਖਿਤਾਬ ਮਿਲਿਆ। ਪੁਰਾਤਨ ਸਿੱਖ ਚਾਹੇ ਵਿਦਵਾਨ ਸੀ, ਚਾਹੇ ਯੋਧੇ ਸੀ, ਚਾਹੇ ਉਹ ਕਿਸੇ ਹੋਰ ਸੇਵਾ ਦੇ ਵਿੱਚ ਲੱਗੇ ਹੋਏ ਸੀ, ਪਰ ਨਾ ਉਹ ਗੁਰੂ ਦੀ ਸੇਵਾ, ਲੰਗਰਾਂ ਦੀ ਸੇਵਾ, ਝਾੜੂ ਦੀ ਸੇਵਾ, ਘੋੜਿਆਂ ਦੇ ਖਰਖਰੇ ਦੀ ਸੇਵਾ, ਲਿੱਧ ਚੁੱਕਣ ਦੀ ਸੇਵਾ ਕਰਕੇ ਆਪਣੇ ਆਪ ਨੂੰ ਉਹ ਤਸੱਲੀ ਮੰਨਦੇ ਸੀ। ਹੁਣ ਦੀਵਾਨ ਨੇ ਪਰ ਆਟਾ ਆਪਣੇ ਹੱਥੀਂ ਗੁੰਨ ਰਹੇ ਨੇ। ਹੁਣ ਤਾਂ ਮੇਰੇ ਵਰਗੇ ਨੂੰ ਪ੍ਰਧਾਨ ਬਣਾ ਦਿਓ ਗੁਰਦੁਆਰੇ ਦਾ, ਜੰਗਲੇ 'ਤੇ ਵੀ ਕੱਪੜਾ ਨਹੀਂ ਮਾਰਦਾ, ਮੈਂ ਤਾਂ ਪ੍ਰਧਾਨ ਹਾਂ ਜੀ, ਇਹ ਤਾਂ ਗ੍ਰੰਥੀ ਦੀ ਡਿਊਟੀ ਹੈ। ਇਸੇ ਕਰਕੇ ਸਾਡੇ 'ਚ ਗਿਰਾਵਟ ਆ ਗਈ। ਉਹ ਸਿੱਖ ਬੰਦਗੀ ਨੂੰ ਅਤੇ ਸੇਵਾ ਸਿਮਰਨ ਨੂੰ ਉਹ ਤਹਿਰੀਰ ਦਿੰਦੇ ਸੀ। ਸਾਧ ਸੰਗਤ ਜੀ ਜਦੋਂ ਬੁਲਾਇਆ, ਇਹ ਆਟਾ ਗੁੰਨ ਰਹੇ ਸੀ। ਕਹਿੰਦੇ ਮਹਾਰਾਜ ਦਾ ਸੁਨੇਹਾ ਸੁਣ ਕੇ ਇੰਨੇ ਕੁ ਮਤਲਬ ਮਸਤੀ 'ਚ ਆ ਗਏ, ਹੱਥ ਧੋਣੀ ਭੁੱਲ ਗਏ। ਖੁਸ਼ੀ 'ਚ ਨੱਚਦੇ ਆਉਂਦੇ ਨੇ, ਖੀਵੇ ਹੋਏ ਆਉਂਦੇ ਨੇ। ਗਰੀਬ ਨਵਾਜ ਦੇ ਜਦੋਂ ਚਰਨ 'ਤੇ ਮੱਥਾ ਟੇਕਿਆ ਨਾ, ਫਿਰ ਦੇਖਿਆ ਮੇਰੇ ਹੱਥ ਤਾਂ ਆਟੇ ਨਾਲ ਲਿਬੜੇ ਹੋਏ ਨੇ। ਸਤਿਗੁਰੂ ਗੁਸਤਾਖੀ ਹੋ ਗਈ ਮੈਥੋਂ, ਮੈਂ ਹੱਥ ਨਹੀਂ ਧੋ ਕੇ ਆਇਆ। ਕਹਿੰਦੇ ਸਿੱਖਾ ਬਸ ਇਹ ਮਿਹਨਤ ਦੇ ਨਾਲ ਲਿਬੜੇ ਹੋਏ ਹੱਥ ਹੀ ਬਹੁਤ ਨੂੰ ਪਿਆਰੇ ਲੱਗਦੇ ਨੇ। ਸਰੋਪਾ ਪਾਇਆ ਸਤਿਗੁਰੂ ਨੇ, ਦਿਖਾਇਆ ਕਿ ਰਾਤੀ ਤੁਸੀਂ ਭਾਈ ਪਾਸ ਹੋਏ ਹੋ ਇਹ ਪ੍ਰਸ਼ਾਦੇ। ਅੱਛਾ ਸਤਿਗੁਰੂ ਤੁਸੀਂ ਸੀ। ਇਹ ਹੈ ਕਸ ਵੱਟੀ। ਕਸ ਵੱਟੀ ਲਾਉਂਦਾ ਹਿੱਤ ਚਿੱਤ ਭਾਵ ਇੱਕ ਮਨ ਹੋ ਕੇ ਬੜੇ ਧਿਆਨ ਨਾਲ ਪਰਖਦਾ ਸਿੱਖ ਨੂੰ। ਖੋਟਿਆਂ ਨੂੰ ਨਹੀਂ ਰੱਖਦਾ ਆਪਣੇ ਕੋਲ। ਉਹ ਖੋਟੇ ਠੌਰ ਨਾ ਪਾਏ ਨਹੀਂ, ਖਰੇ ਖਜ਼ਾਨਾ ਪਾਏ। ਜਿਹੜੇ ਖੋਟੇ ਨੇ ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ ਹੈ। ਉਹਨਾਂ ਨੂੰ ਖਜ਼ਾਨੇ ਦੇ ਵਿੱਚ, ਦਰਗਾਹ ਰੂਪੀ ਖਜ਼ਾਨੇ ਦੇ ਵਿੱਚ, ਸਤ ਸੰਗਤ ਰੂਪੀ ਖਜ਼ਾਨੇ ਦੇ ਵਿੱਚ ਜਿਹੜਾ ਹੈ ਨਹੀਂ ਪ੍ਰਾਪਤ ਕੀਤਾ ਜਾਂਦਾ। ਜਿਹੜੇ ਖਰੇ ਹੁੰਦੇ ਨੇ, ਕਸਵੱਟੀ ਦੇ ਉੱਤੇ ਖਰੇ ਉਤਰਦੇ ਨੇ, ਉਹਨਾਂ ਨੂੰ ਹੀ ਖਜ਼ਾਨੇ ਦੇ ਵਿੱਚ ਪਾਇਆ ਜਾਂਦਾ ਹੈ। ਆਸ ਅੰਦੇਸ਼ਾ ਦੂਰ ਕਰ, ਇਉਂ ਮਲ ਜਾਏ ਸਮਾਏ। ਉਪਦੇਸ਼ ਦਿੰਦੇ ਨੇ ਸਤਿਗੁਰੂ ਸਿੱਖ ਨੂੰ। ਕਹਿੰਦੇ ਆਪਣੀ ਆਸ ਅਤੇ ਅੰਦੇਸ਼ਾ, ਚਿੰਤਾ ਨੂੰ ਕਹਿੰਦੇ ਨੇ, ਫਿਕਰ ਨੂੰ ਕਹਿੰਦੇ ਨੇ। ਇੱਕ ਤਾਂ ਆਸ ਛੱਡ ਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ।
ਦੇਵਨ ਕਉ ਏਕੈ ਭਗਵਾਨ। ਆਸ ਰੱਖਣੀਆਂ ਤਾਂ ਗੁਰੂ ਤੇ, ਸੰਸਾਰਕ ਰਿਸ਼ਤੇਦਾਰਾਂ ਦੇ ਉੱਤੇ, ਆਪਣੇ ਸਰੀਰ ਦੇ ਉੱਤੇ, ਆਪਣੇ ਧਨ ਪਦਾਰਥਾਂ ਦੇ ਉੱਤੇ ਜਿਹੜਾ ਹੈ ਇਹ ਆਪਾਂ ਆਸ ਨਹੀਂ ਰੱਖਣੀ। ਫਿਰ ਸਾਧ ਸੰਗਤ ਜੀ ਜਿੱਥੇ ਆਸ ਰੱਖੀ ਹੈ ਉੱਥੇ ਚਿੰਤਾ ਵੀ ਹੁੰਦੀ ਹੈ, ਅੰਦੇਸ਼ਾ ਵੀ ਉੱਥੇ ਹੀ ਹੁੰਦਾ, ਫਿਕਰ ਵੀ ਉੱਥੇ ਹੀ ਹੁੰਦਾ ਕਿ ਜੀ ਮੈਂ ਬੈਂਕ ਚੱਲਿਆ, ਪਤਾ ਨਹੀਂ ਮੇਰਾ ਚੈੱਕ ਲੱਗ ਗਿਆ, ਚੰਗੀ ਗੱਲ ਹੈ, ਨਾ ਲੱਗਿਆ, ਫਿਕਰ ਵੀ ਉੱਥੇ ਹੀ ਹੁੰਦਾ। ਜਿੱਥੇ ਹੁੰਦਾ ਸਤਿਗੁਰੂ ਜੇ ਮੈਂ ਤੈਨੂੰ ਠੀਕ ਆ ਕਰ ਦੇਗਾ, ਲਵਾਉਣਾ ਲਵਾ ਦੀ, ਨਹੀਂ ਲਵਾਉਣਾ ਕੱਲ੍ਹ ਨੂੰ ਆ ਜਾਵਾਂਗੇ, ਫਿਰ ਉੱਥੇ ਫਿਕਰ ਵੀ ਨਹੀਂ ਕੋਈ ਹੁੰਦਾ ਹੈਗਾ। ਉਹ ਬੰਦਾ ਮਸਤੀ 'ਚ ਰਹਿੰਦਾ ਹਮੇਸ਼ਾ। ਆਪਾਂ ਫਿਕਰ 'ਚ ਜਵਾਕ ਯਾਰ ਬੁਢੇਪੇ ਦੇ ਵਿੱਚ ਸੇਵਾ ਕਰਨਗੇ, ਪਤਾ ਨਹੀਂ ਕਰਨਗੇ। ਜੇ ਆਪਾਂ ਇਹੀ ਆਸ ਗੁਰੂ 'ਤੇ ਰੱਖ ਲਈਏ, ਸਤਿਗੁਰੂ ਮਾਂ ਬਾਪ ਦੇ ਵਿੱਚ ਬੈਠ ਕੇ ਬਚਪਨ ਦੇ ਵਿੱਚ ਜਦੋਂ ਮੈਂ ਬੇਸੁਰਤ ਸੀ ਤੂੰ ਮੇਰੀ ਪਾਲਣਾ ਕੀਤੀ ਆ, ਜਵਾਨੀ ਦੇ ਵਿੱਚ ਮਾਂ ਦੇ ਰਾਹੀਂ, ਭੈਣਾਂ ਦੇ ਰਾਹੀਂ, ਪਤਨੀ ਦੇ ਰਾਹੀਂ ਤੂੰ ਮੇਰੀ ਪਾਲਣਾ ਪੋਸ਼ਣਾ ਕੀਤੀ ਆ, ਮੈਨੂੰ ਵਧੀਆ ਪੱਕਿਆ ਹੋਇਆ ਭੋਜਨ, ਧੋਤੇ ਹੋਏ ਬਸਤਰ ਮਿਲੇ ਨੇ। ਬੁਢਾਪੇ ਦੇ ਵਿੱਚ ਵੀ ਤੂੰ ਮੇਰੇ ਬੱਚਿਆਂ ਦੇ ਵਿੱਚ ਬੈਠੇਂਗਾ, ਬੱਚਿਆਂ ਦੇ ਵਿੱਚ ਬੈਠ ਕੇ ਮੇਰੀ ਸਾਂਭ ਸੰਭਾਲ ਕਰਾਏਂਗਾ। ਕਰਨੀ ਤੂੰ ਹੀ ਆ ਸਤਿਗੁਰੂ ਤਿੰਨੇ ਅਵਸਥਾ 'ਚ। ਜੇ ਨਾ ਕਰੇਂਗਾ ਕੋਈ ਗੱਲ ਨਹੀਂ ਮਹਾਰਾਜ, ਬਥੇਰੀ ਉਮਰ ਸਾਰੀ ਮੌਜਾਂ ਮਾਣੀਆਂ ਨੇ। ਜੇ ਜੀਵਨ ਦੇ 5-7 ਸਾਲ ਔਖੇ ਹੋ ਵੀ ਕੱਟਣੇ ਪੈ ਗਏ ਤਾਂ ਵੀ ਕੋਈ ਫਿਕਰ ਨਹੀਂ ਪੈਂਦਾ। ਫਿਰ ਇਹੋ ਜਿਹੇ ਬੰਦੇ ਨੂੰ ਕੌਣ ਦੁਖੀ ਕਰ ਸਕੇਗਾ ਜਿਹੜਾ ਉਹਦੇ ਉੱਤੇ ਤੁਲਿਆ ਹੋਇਆ? ਇਹੋ ਜਿਹੇ ਬੰਦੇ ਨੂੰ ਕੋਈ ਦੁਖੀ ਕਰ ਹੀ ਨਹੀਂ ਸਕਦਾ। ਉਹ ਤਾਂ ਜਦੋਂ ਐਂ ਹੁੰਦਾ ਪਤਾ ਨਹੀਂ ਮੇਰਾ ਮੁੰਡਾ ਕਿਤੇ ਬਾਹਰ ਨਾ ਚਲਿਆ ਜਾਵੇ, ਮੇਰੀ ਨੂੰਹ ਕਫੱਤੀ ਨਾ ਆ ਜੇ, ਪਤਾ ਨਹੀਂ ਮੈਨੂੰ ਕੋਈ ਪੁੱਛੂਗਾ ਦੱਸੂਗਾ, ਉਹ ਫਿਕਰ ਕਰੀ ਜਾਂਦਾ। ਫਿਰ ਮਹਾਰਾਜ ਕਹਿੰਦੇ ਤੂੰ ਪਹਿਲਾਂ ਆਸ ਤੇ ਅੰਦੇਸ਼ਾ ਇਹਨੂੰ ਦੂਰ ਕਰ ਦੇ। ਕਿਉਂ? ਮਲ, ਇਹ ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਮਲ। ਮਲ ਮੈਨੇ ਮੈਲ, ਮੈਲ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਇਉਂ। ਫਿਰ ਜਿਹੜੀ ਤੇਰੇ ਮਨ ਦੀ ਮੈਲ ਚਲੀ ਜਾਏਗੀ ਜਦੋਂ ਆਸ ਅੰਦੇਸ਼ਾ ਦੂਰ ਹੋ ਗਿਆ, ਤੇ ਫਿਰ ਸਮਾਏ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਣੀ ਹੈ, ਪਰਮਾਤਮਾ ਦੇ ਵਿੱਚ ਅਭੇਰਤਾ ਹੋ ਜਾਣੀ ਹੈ। ਇਹ ਆਸ ਤੇ ਅੰਦੇਸ਼ਾ ਹੀ ਆਪਾਂ ਨੂੰ ਪਰਮਾਤਮਾ ਤੋਂ ਦੂਰ ਕਰੀ ਰੱਖਦੇ ਨੇ। ਇਹ ਆਸ ਤੇ ਅੰਦੇਸ਼ਾ ਹੁੰਦੇ ਨੇ ਹਉਮੈ ਕਾਰਨ। ਇਹਨਾਂ ਸਾਰੀਆਂ ਚੀਜ਼ਾਂ ਦੀ ਜੜ ਤਾਂ ਹਉਮੈ ਹੈ ਕਿ ਮੈਂ ਹਾਂ। ਜੇ ਆਪਾਂ ਸਮਝ ਲਿਆ ਮੈਂ ਰੱਬ ਰੂਪ ਹਾਂ, ਮੈਂ ਹੀ ਪਰਮੇਸ਼ਰ ਹਾਂ, ਫਿਰ ਕਿਵੇਂ ਆਪਾਂ ਦੁਖੀ ਹੋਵਾਂਗੇ? ਪਰ ਗੱਲ ਤਾਂ ਇਹ ਹੈ ਵੀ ਆਪਾਂ ਇੱਥੇ ਬੈਠੇ ਹਾਂ ਹੁਣ ਤਾਂ ਯਾਦ ਹੈ, ਜਦੋਂ ਘਰਾਂ ਨੂੰ ਚਲੇ ਗਏ ਫਿਰ ਭੁੱਲ ਜਾਵਾਂਗੇ। ਫਿਰ ਆਪਾਂ ਭੁੱਲ ਜਾਵਾਂਗੇ ਕਿਉਂਕਿ ਮੁੱਢ ਕਦੀਮੀ ਸੁਭਾਅ ਸਾਡਾ ਭੁੱਲਣਾ। ਜਨਮਾਂ ਜਨਮਾਂਤਰਾਂ ਤੋਂ ਭੁੱਲਦੇ ਆਏ ਹਾਂ। ਇਹ ਤਾਂ ਸਤਿਗੁਰੂ ਤਕੜੇ ਨੇ ਜਿਹੜੇ ਸਾਨੂੰ ਯਾਦ ਕਰਾਉਂਦੇ ਨੇ, ਨਹੀਂ ਤਾਂ ਅਸੀਂ ਭੁੱਲੇ ਭੁਲਾਈ ਰਹਿੰਦੇ ਹਾਂ। ਗਰੀਬ ਨਵਾਜ਼ ਫਰਮਾਉਂਦੇ ਨੇ ਅੱਗੇ, ਸੁੱਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕਉ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸੁਖ ਦੁਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਸਾਧ ਸੰਗਤ ਦੀ ਸਾਰੀ ਦੁਨੀਆ ਸੁੱਖ ਮੰਗਦੀ ਹੈ, ਦੁੱਖ ਨੂੰ ਕੋਈ ਵੀ ਨਹੀਂ ਮੰਗਦਾ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਜੇ ਅਸੀਂ ਪੜ੍ਹਾਈ ਕੀਤੀ ਹੈ ਤਾਂ ਉਹ ਵੀ ਸੁੱਖ ਵਾਸਤੇ, ਰੁਜ਼ਗਾਰ ਸੌਖਾ ਰਹੂਗਾ, ਕਮਾਉਣਾ, ਨੌਕਰੀ ਕਰਾਂਗੇ, ਵਧੀਆ ਪੈਸੇ ਆਉਣਗੇ। ਘਰ ਪਾਇਆ ਉਹ ਵੀ ਸੁੱਖ ਵਾਸਤੇ, ਵਿਆਹ ਕਰਵਾਇਆ ਉਹ ਵੀ ਸੁੱਖ ਵਾਸਤੇ, ਬੱਚੇ ਪੈਦਾ ਕੀਤੇ ਨੇ ਉਹ ਵੀ ਸੁੱਖ ਵਾਸਤੇ। ਆਪਾਂ ਜੇ ਗੁਰਦੁਆਰੇ ਆਉਂਦੇ ਹਾਂ ਸਾਧ ਸੰਗਤ ਜੀ, ਇਹਦੇ ਪਿੱਛੇ ਵੀ ਸੁੱਖ ਦੀ ਭਾਵਨਾ ਅੰਦਰ ਛੁਪੀ ਹੋਈ ਆ। ਗੁਰੂ ਦੇ ਜੇ ਪਿਆਰ 'ਚ ਨਹੀਂ ਆਉਣ ਲੱਗੇ, ਇਹ ਯਾਰ ਗੁਰਦੁਆਰੇ ਜਾਵਾਂਗੇ ਸੁੱਖ ਮਿਲੂਗਾ, ਸਦੀਵੀ ਸੁੱਖ ਮਿਲੂਗਾ, ਕਿਉਂਕਿ ਸਤਿਗੁਰੂ ਦਾ ਫਰਮਾਨ ਹੈ, ਜਾਓ ਸੁਖ ਕਉ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਇੱਕ ਥਾਂ ਤੇ ਆਪਾਂ ਇਹ ਵੀ ਪੜ੍ਹਦੇ ਹਾਂ, ਅਬਨਾਸ਼ੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਜਦੋਂ ਆਪਾਂ ਸੁੱਖ ਨੂੰ, ਸਦੀਵੀ ਸੁੱਖ ਦੀ ਭਾਲ ਕਰਨੀ ਹੈ, ਸਾਧ ਸੰਗਤ ਜੋ ਕਿਤੋਂ ਨਹੀਂ ਲੱਭੇਗਾ। ਉਹ ਤਾਂ ਗੁਰੂ ਦੇ ਚਰਨਾਂ ਨੂੰ ਪਲੋਸਣਾ ਪਏਗਾ, ਗੁਰੂ ਦੇ ਚਰਨਾਂ ਨੂੰ ਫਰੋਲਣਾ ਪਏਗਾ, ਉਥੋਂ ਸਾਨੂੰ ਸਦੀਵੀ ਸੁੱਖ ਲੱਭੇਗਾ। ਕਿਉਂਕਿ ਬੇਅੰਤ ਬਰਕਤਾਂ, ਬੇਅੰਤ ਕਾਮ ਧੇਨ ਗਊਆਂ, ਬੇਅੰਤ ਪਾਰਜਾਤ ਰੁੱਖ, ਬੇਅੰਤ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਗੁਰੂ ਦੇ ਚਰਨਾਂ ਦੇ ਵਿੱਚ ਰੁਲਦੀਆਂ ਫਿਰਦੀਆਂ। ਸਿੱਖ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਿੱਖ ਨੂੰ ਤਾਂ ਸਤਿਗੁਰੂ ਨੇ ਕਹਿਤਾ, ਜਿਹੜਾ ਗੁਰ ਗੋਰਖ, ਗੁਰ ਬਰਮਾ, ਗੁਰ ਪਾਰਵਤੀ ਮਾਈ, ਤੇਰੇ ਵਾਸਤੇ ਗੁਰੂ ਹੀ ਬਰਮਾ ਹੈ, ਗੁਰੂ ਹੀ ਗੋਰਖ ਹੈ, ਗੁਰੂ ਹੀ ਈਸ਼ਰ ਹੈ ਤੇਰੇ ਵਾਸਤੇ, ਗੁਰੂ ਤੇਰੇ ਵਾਸਤੇ ਦੇਵੀਆਂ ਨੇ। ਤੈਨੂੰ ਹੋਰ ਦੇਵੀਆਂ ਪੂਜਣ ਦੀ ਲੋੜ ਨਹੀਂ ਹੈ, ਤੈਨੂੰ ਹੋਰ ਬਰਮੇ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ। ਤੇਰੇ ਵਾਸਤੇ ਗੁਰੂ ਹੀ ਸਾਰਾ ਕੁਝ ਹੈ।
ਗੁਰੂ ਦੇ ਚਰਨਾਂ 'ਚ ਹੀ ਸਾਰਾ ਕੁਛ ਹੈ। ਸਾਧ ਸੰਗਤ ਜੀ, ਇਹ ਤਾਂ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ ਹੈ। ਅਸੀਂ ਨਾ ਸਿਰਫ ਕਿਤਾਬੀ ਗਿਆਨ ਸਾਡੇ ਕੋਲ ਹੈ। ਜਿਨ੍ਹਾਂ ਦੀਆਂ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਨੇ, ਹਜ਼ੂਰ ਸਾਹਿਬ ਮਹਾਂਪੁਰਖਾਂ ਨਾਲ ਗੱਲ ਹੋਈ, ਕਹਿੰਦੇ ਆਹ ਜਿਹੜਾ ਸਾਰਾ ਕੰਪਲੈਕਸ ਹੈ ਨਾ, ਸਾਰਾ ਕੰਪਲੈਕਸ ਹਜ਼ੂਰ ਸਾਹਿਬ ਦਾ, ਕਹਿੰਦੇ ਸਾਰਾ ਇਹ 2-1:30 ਵਜੇ ਇਹ ਦੇਵੀ ਦੇਵਤਿਆਂ, ਪੀਰਾਂ, ਪੈਗੰਬਰਾਂ, ਔਲੀਆਂ ਨਾਲ ਭਰਿਆ ਹੁੰਦਾ। ਸਾਰਿਆਂ ਨਾਲ ਭੀੜ ਹੁੰਦੀ ਐ, ਬਿਲਕੁਲ ਫਸੇ ਹੁੰਦੇ ਨੇ ਸਾਰੇ। ਅਸੀਂ ਕਹਿੰਦੇ ਕੁਦਰਤੀ ਪੁੱਛ ਬੈਠੇ, ਬਈ ਤੁਸੀਂ ਜੀ ਇੱਥੇ, ਕਹਿੰਦੇ ਭਾਈ ਸਾਡੇ ਕੋਲੇ ਕਿੰਨੇ ਲੋਕ ਆਉਂਦੇ ਨੇ, ਅਸੀਂ ਤਾਂ ਇਸੇ ਦਰ ਤੋਂ ਲੈ ਕੇ ਦੇਣਾ ਹੁੰਦਾ। ਆਹ ਤੁਹਾਡੇ ਵਾਲਾ ਲਾਣਾ ਵੀ ਬਥੇਰਾ ਫਿਰਦਾ ਸਾਡੇ ਕੋਲ ਦੇਵੀ ਦੇਵਤਿਆਂ ਦੇ, ਪਰ ਅਸੀਂ ਲੈ ਕੇ ਇੱਥੋਂ ਹੀ ਦੇਣਾ ਹੁੰਦਾ। ਉਹ ਡਾਇਰੈਕਟ ਜਿਹੜਾ ਹੈ ਡੀਲ ਨਹੀਂ ਕਰਦੇ ਹੈਗੇ ਗੁਰੂ ਚਰਨਾਂ ਨਾਲ, ਉਹ ਸਾਡੇ ਕੋਲ ਆਉਂਦੇ ਨੇ, ਅਸੀਂ ਲੈ ਕੇ ਇੱਥੋਂ ਹੀ ਦੇਣਾ ਹੁੰਦਾ। ਸਾਰੀਆਂ ਚੀਜ਼ਾਂ ਹੈ ਹੀ ਇੱਥੇ, ਹੈ ਹੀ ਇੱਥੇ। ਹੁਣ ਕਹਿੰਦੇ ਸੁੱਖ ਨੂੰ ਸਾਰੇ ਮੰਗਦੇ ਨੇ, ਦੁੱਖ ਨੂੰ ਕੋਈ ਨਹੀਂ ਮੰਗਦਾ, ਦੁੱਖ ਨੂੰ ਕੋਈ ਵੀ ਨਹੀਂ ਮੰਗਦਾ। ਦੇਖੋ ਬੱਚਾ ਵੀ ਹੈ ਨਾ ਛੋਟਾ, ਉਹਨੂੰ ਵੀ ਡਾਕਟਰ ਜਦੋਂ ਕੋਈ ਟੀਕਾ ਭਰਦਾ, ਉਹਨੂੰ ਦੇਖ ਕੇ ਵੀ ਮੈਨੂੰ ਦੁੱਖ ਹੋਊਗਾ, ਪਹਿਲਾਂ ਰੋਣ ਲੱਗ ਜਾਂਦਾ। ਜੇ ਆਪਾਂ ਨੂੰ ਪਤਾ ਲੱਗ ਜੇ ਕਿ ਆਹ ਚੀਜ਼ ਮੇਰੇ ਵਾਸਤੇ ਹਾਨੀਕਾਰਕ ਹੈ ਜਾਂ ਨੁਕਸਾਨਦਾਇਕ ਹੈ, ਮੈਂ ਨੰਗੀ ਤਾਰ ਨੂੰ ਹੱਥ ਲਾਵਾਂਗਾ, ਮੈਨੂੰ ਕਰੰਟ ਲੱਗ ਜਾਣਾ, ਆਪਾਂ ਉਹ ਦੁੱਖ ਨੂੰ ਕਦੇ ਵੀ ਨਹੀਂ ਸਹੇੜਦੇ। ਜਿਹੜਾ ਕੋਈ ਥੋੜ੍ਹਾ ਜਿਹਾ ਸਿਆਣਾ ਬੰਦਾ ਹੈ, ਜੋ ਕੋਈ ਮੂਰਖ ਹੈ, ਉਹ ਤਾਂ ਬੇਸ਼ੱਕ ਸ਼ਰਾਬ ਦੀ ਬੋਤਲ 'ਤੇ ਲਿਖਿਆ ਹੁੰਦਾ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੰਬਾਕੂ ਦੀਆਂ ਪੁੜੀਆਂ 'ਤੇ ਲਿਖਿਆ ਹੁੰਦਾ ਤੰਬਾਕੂ ਸੇ ਕੈਂਸਰ ਹੋਤਾ ਹੈ, ਉਹ ਤਾਂ ਜਿਹੜੇ ਮੂਰਖ ਲੋਕ ਨੇ ਉਹ ਤਾਂ ਖਾਈ ਜਾਂਦੇ ਨੇ। ਪਰ ਜਿਹੜਾ ਥੋੜ੍ਹੀ ਜਿਹੀ ਵੀ ਸਿਆਣਪ ਰੱਖਦਾ ਨਾ, ਇਸ ਸਰੀਰ ਨੂੰ ਪਰਮਾਤਮਾ ਦੀ ਦਾਤ ਸਮਝ ਕੇ ਪਾਲਦਾ, ਫਿਰ ਉਹ ਇਸ ਸਰੀਰ ਦੇ ਵਿੱਚ ਗੰਦਮੰਦ ਕਦੀ ਵੀ ਨਹੀਂ ਪਾਉਂਦਾ। ਜਦੋਂ ਥੋੜ੍ਹਾ ਜਿਹਾ ਗਿਆਨ ਹੋ ਗਿਆ ਗੁਰੂ ਦਾ ਦਿੱਤਾ ਕਿ ਇਸ ਸਰੀਰ ਦੇ ਵਿੱਚ ਨਿਰੰਕਾਰ ਆਪ ਖੁਦ ਵਸਦਾ, ਇਸ ਸਰੀਰ ਦੇ ਵਿੱਚ ਗੁਰੂ ਵਸਦਾ, ਨਿਰੰਕਾਰ ਵਸਦਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਏ, ਫਿਰ ਉਹ ਸਰੀਰ ਦੇ ਵਿੱਚ ਗੰਦਮੰਦ ਕਦੀ ਨਹੀਂ ਪਾਉਂਦਾ ਹੈਗਾ। ਹੁਣ ਮਹਾਰਾਜ ਕਹਿੰਦੇ ਸੁੱਖ ਨੂੰ ਸਾਰੇ ਮੰਗਦੇ ਨੇ, ਦੁੱਖ ਨੂੰ ਕੋਈ ਵੀ ਨਹੀਂ ਮੰਗਦਾ। ਪਰ ਕਹਿੰਦੇ ਇਹ ਮਨਮੁਖ ਨੂੰ ਇਹ ਬੂਝ ਨਹੀਂ ਹੈ, ਇਹ ਪਤਾ ਨਹੀਂ ਹੈ, ਇਹ ਸੰਸਾਰਕ ਸੁੱਖਾਂ ਦੇ ਵਿੱਚ ਦੁੱਖ ਛੁਪਿਆ ਹੋਇਆ ਹੈ। ਆਪਾਂ ਉਦਾਹਰਣ ਦੇਖੀ ਹੈ ਫਿਜ਼ਿਕਸ ਲੈਬ ਦੇ ਵਿੱਚ ਕਿ ਫਲੇਮ ਹੁੰਦੀ ਹੈ ਜਿਹੜੀ, ਉਹਦੇ ਵਿੱਚ ਨਾ ਜੇ ਗਲਾਸ ਰੋਡ ਪਾ ਦਿਓ, ਉਹਦੇ ਵਿੱਚ ਕਾਲਸ ਲੱਗ ਜਾਂਦੀ ਹੈ। ਭਾਵ ਹਰੇਕ ਫਲੇਮ ਦੇ ਵਿੱਚ, ਹਰੇਕ ਸ਼ਮਾ ਦੇ ਵਿੱਚ ਕਾਲਖ ਹੈ। ਬਿਲਕੁਲ ਉਸੇ ਤਰ੍ਹਾਂ ਸੰਸਾਰਕ ਸੁੱਖਾਂ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ। ਉਦਾਹਰਣ ਵਜੋਂ ਕਿਸੇ ਦਾ ਵਿਆਹ ਨਹੀਂ ਹੋ ਰਿਹਾ, ਉਹ ਰੋਜ਼ ਅਰਦਾਸਾਂ ਕਰਦਾ ਹੈ ਕਿ ਜੀ ਮੇਰਾ ਵਿਆਹ ਹੋ ਜੇ, ਮੇਰਾ ਵਿਆਹ ਹੋ ਜੇ, ਮੇਰਾ ਵਿਆਹ ਹੋ ਜੇ। ਬਾਈ ਚਾਂਸ ਉਹ ਦਾ ਜੀਵਨ ਸਾਥੀ ਤੋਪ ਮੂੰਹਾਂ ਮਿਲ ਜਾਂਦਾ, ਮੂੰਹ ਚੋਂ ਅੱਗੇ ਕੱਢਣ ਵਾਲਾ ਮਿਲਦਾ, ਫਿਰ ਉਹ ਪਛਤਾਉਂਦਾ। ਬਾਬਾ ਜੀ ਕਹਿੰਦੇ ਜਾ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਪੰਗਾ ਪੈ ਗਿਆ ਵੀ ਯਾਰ ਇਹ ਤਾਂ ਫਿਰ ਬੰਦਾ ਕਹਿੰਦਾ ਇਹ ਦਾ ਵਿਆਹ ਨਾ ਕਰਵਾਉਂਦੇ ਉਹੀ ਚੰਗਾ ਸੀ। ਵਿਵਾਹ ਕਹਿੰਦੇ ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀ ਹੈ। ਮੁੜ ਕੇ ਕੁਆਰਾ ਹੋ ਨਹੀਂ ਸਕਦਾ, ਮੁੜ ਕੇ ਕੁਆਰਾ ਹੋ ਨਹੀਂ ਸਕਦਾ। ਉਹ ਤਾਂ ਹੁਣ ਗਲ ਪਾ ਲਿਆ ਮਰਿਆ ਹੋਇਆ ਸੱਪ, ਉਹ ਤਾਂ ਹੁਣ ਝੱਲਣਾ ਪੈਣਾ। ਸੁੱਖ ਮੰਗਿਆ ਕਿ ਮੇਰੇ ਮੁੰਡਾ ਹੋ ਜੇ, ਉਹੀ ਮੁੰਡਾ ਜਦੋਂ ਵੱਡਾ ਹੋ ਕੇ ਦਾੜੀ ਪੁੱਟਦਾ, ਦੁੱਖ ਨਿਕਲਿਆ। ਕੀ ਮੰਗਿਆ ਸੀ? ਸੁੱਖ। ਅਸੀਂ ਜੇ ਬੈਂਕ ਜਾ ਕੇ ਕਹੀਏ ਜੀ ਮੈਨੂੰ ਉਹ ਨੋਟ ਦੇ ਦਿਓ ਜਿੱਤੇ ਗਾਂਧੀ ਦਾ ਸਿਰ ਨਾ ਹੋਵੇ, ਬੈਂਕ ਵਾਲੇ ਕਹਿਣਗੇ ਜਾ ਬਾਹਰ ਜਾ, ਕੋਈ ਨਹੀਂ ਦਿੰਦੇ। ਕਿਉਂਕਿ ਦੁੱਖ ਤੇ ਸੁੱਖ ਇੱਕੋ ਸਿੱਕੇ ਦੇ ਦੋ ਪਾਸੇ ਨੇ, ਦੋ ਪਹਿਲੂ ਨੇ। ਅਸੀਂ ਕੋਈ ਸਿੱਕਾ, ਕੋਈ ਨੋਟ ਲਈਏ, ਉਹਦੇ ਉੱਤੇ ਹੈੱਡ ਐਂਡ ਟੇਲ ਹੋਏਗਾ ਹੀ ਹੋਏਗਾ। ਕੱਲੇ ਹੈੱਡ ਵਾਲਾ ਕੋਈ ਕਰੰਸੀ ਨਹੀਂ ਹੁੰਦੀ, ਕੱਲੀ ਟੇਲ ਵਾਲੀ ਕੋਈ ਕਰੰਸੀ ਨਹੀਂ ਹੁੰਦੀ। ਮਸਕੀਨ ਜੀ ਕਹਿੰਦੇ ਜਿਵੇਂ ਸਾਗਰ ਲਹਿਰਾਂ ਤੋਂ ਬਿਨਾਂ ਨਹੀਂ ਹੁੰਦਾ, ਇਸੇ ਤਰ੍ਹਾਂ ਸਾਡਾ ਜੀਵਨ ਵੀ ਦੁੱਖਾਂ ਸੁੱਖਾਂ ਤੋਂ ਬਗੈਰ ਨਹੀਂ ਹੁੰਦਾ। ਜਿਹੜਾ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਮੈਂ ਥੋੜ੍ਹਾ ਜਿਹਾ ਇਹ ਪੜ੍ਹਾਈ ਪੂਰੀ ਕਰ ਲਾਂ ਫਿਰ ਅੰਮ੍ਰਿਤ ਛਕਾਂਗਾ, ਫਿਰ ਚੱਲ ਯਾਰ ਵਿਆਹ ਕਰਵਾ ਲਈਏ ਫਿਰ ਅੰਮ੍ਰਿਤ ਛਕਾਂਗਾ, ਚੱਲ ਯਾਰ ਹੁਣ ਥੋੜ੍ਹਾ ਬੱਚੇ ਹੋ ਜਾਣ ਦੇ ਫਿਰ ਅੰਮ੍ਰਿਤ ਛਕਾਂਗਾ, ਨਹੀਂ ਯਾਰ ਹੁਣ ਜਵਾਕਾਂ ਨੂੰ ਪੜ੍ਹਾ ਲਈਏ ਫਿਰ ਅੰਮ੍ਰਿਤ ਛਕਾਂਗਾ, ਉਹ ਕਹਿੰਦੇ ਕਦੇ ਵੀ ਸਾਰੀ ਉਮਰ 'ਚ ਅੰਮ੍ਰਿਤ ਨਹੀਂ ਛਕ ਸਕੂਗਾ। ਜਿਵੇਂ ਕਹਿੰਦੇ ਇੱਕ ਸਾਧੂ ਬੈਠਾ ਸੀ ਦਰਿਆ ਦੇ ਕਿਨਾਰੇ, ਉਹ ਕਿਸ਼ਤੀ ਵਾਲਾ ਕਹਿੰਦਾ ਵੀ ਬਾਬੇ ਆ ਜਾ ਬੈਠ, ਤੈਨੂੰ ਕਿਸ਼ਤੀ ਤੇ ਲੰਘਾ ਦਾਂ ਪਾਰ। ਕਹਿੰਦਾ ਨਹੀਂ ਵੀ ਆਹ ਲਹਿਰਾਂ ਲੰਘ ਜਾਣ ਦੇ, ਮੈਂ ਫੇਰ ਲੰਘੂੰਗਾ। ਮਲਾਹ ਕਹਿੰਦਾ ਬਾਬਾ ਜੀ ਇਹ ਲਹਿਰਾਂ ਕਦੇ ਵੀ ਨਹੀਂ ਮੁੱਕਣਗੀਆਂ, ਲਹਿਰਾਂ ਤਾਂ ਆਈ ਜਾਣਗੀਆਂ, ਤੂੰ ਕਦੇ ਵੀ ਫਿਰ ਪਰਲੇ ਬੰਨੇ ਨਹੀਂ ਜਾ ਸਕੇਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਦੁੱਖਾਂ ਦੀਆਂ ਸੁੱਖਾਂ ਦੀਆਂ ਲਹਿਰਾਂ ਆਉਂਦੀਆਂ ਹੀ ਰਹਿੰਦੀਆਂ ਨੇ, ਇਹ ਕਦੇ ਵੀ ਨਹੀਂ ਖਤਮ ਹੁੰਦੀਆਂ ਹੈਗੀਆਂ। ਸੰਸਾਰਕ ਸੁੱਖ ਮੰਗਦੇ ਹਾਂ,
ਸੁੱਖ ਹੈ ਕਹੋ ਸੰਸਾਰ ਸੁੱਖ ਦੇ ਵਿੱਚ, ਸੰਸਾਰ ਸੁੱਖ ਲਈ ਦੁੱਖ ਅਗਲਾ। ਉਹਦੇ ਵਿੱਚ ਦੁੱਖ ਬਹੁਤ ਜ਼ਿਆਦਾ ਦੁੱਖ ਹੁੰਦਾ ਕਈ ਵਾਰੀ ਤਾਂ ਮਨਮੁਖ ਬੂਝ ਨਾ ਹੋਏ। ਇਸ ਗੱਲ ਦਾ ਮਨਮੁਖ ਨੂੰ ਗਿਆਨ ਨਹੀਂ ਹੈ, ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ। ਹੁਣ ਬਾਬਾ ਜੀ ਆਪਣਾ ਸਿਧਾਂਤ ਦ੍ਰਿੜ ਕਰਵਾਉਂਦੇ ਨੇ, ਸੁੱਖ ਦੁੱਖ ਸਮਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਕਹਿੰਦੇ ਭਾਈ ਦੁੱਖ ਤੇ ਸੁੱਖ ਨੂੰ ਤਾਂ ਸਮ ਕਰਕੇ ਜਾਣਨਾ ਚਾਹੀਦਾ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਿਵੇਂ ਲਾਭ ਹੈ ਉਸੇ ਤਰ੍ਹਾਂ ਆਪਾਂ ਹਾਨੀ ਨੂੰ ਮੰਨ ਲਈਏ, ਜਿਵੇਂ ਬਚਪਨ ਸੀ ਉਸੇ ਤਰ੍ਹਾਂ ਜਵਾਨੀ ਨੂੰ ਮੰਨ ਲਈਏ, ਜਿਵੇਂ ਬੁਢਾਪਾ ਜਿਵੇਂ ਜਵਾਨੀ ਆ ਉਸੇ ਤਰ੍ਹਾਂ ਬੁਢਾਪੇ ਨੂੰ ਮੰਨ ਲਈਏ। ਆਪਾਂ ਬੁੱਢੇ ਇਸ ਕਰਕੇ ਖਿਜੇ ਰਹਿੰਦੇ ਹਾਂ, ਯਾਰ ਜਵਾਨੀ 'ਚ ਤਾਂ ਮੈਂ ਕਾਰ ਚਲਾਉਂਦਾ ਸੀ, ਮੈਂ ਮੋਟਰਸਾਈਕਲ ਚਲਾਉਂਦਾ ਸੀ, ਮੈਨੂੰ ਸਾਰੀ ਦੁਨੀਆ ਸਤਿ ਸ੍ਰੀ ਅਕਾਲ ਬੁਲਾਉਂਦੀ ਸੀ। ਸਾਡੇ ਗੁਆਂਢੀ ਰਹਿੰਦੇ ਨੇ ਹਿੰਦੂ, ਉਹ ਬਜ਼ੁਰਗ ਰਿਟਾਇਰ ਹੋਏ ਸੀ ਥਾਪਰ ਕਾਲ 'ਚੋਂ। ਉਹ ਨਾ ਜਿਹੜੇ ਕਿਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਅੰਕਲ ਜੀ ਕੀ ਹਾਲ ਹੈ, ਔਰ ਰਘਬੀਰ ਸਿੰਘ ਜੀ ਠੀਕ ਹੈ, ਆ ਦੰਦ ਹਿੱਲ ਗਏ, ਦੰਦ ਮੇਰੇ ਅਖਰੋਟ ਖਾ ਲੈਂਦਾ ਸੀ ਮੈਂ ਤਾਂ ਕਿਤੇ ਉਹ ਮਤਲਬ ਉਹ ਜਵਾਨੀ ਨੂੰ ਯਾਦ ਕਰ ਕਰਕੇ ਦੁਖੀ ਹੋਣ ਇੰਨਾ ਪਰੇਸ਼ਾਨ ਹੋ ਗਿਆ। ਕਈ ਵਾਰੀ ਫਿਰ ਘਰਦਿਆਂ ਤੋਂ ਉਹਨੂੰ ਥੱਪੜ ਵੀ ਪੈ ਜਾਂਦੇ ਸੀ। ਬਸ ਐਂ ਮਰ ਗਿਆ ਉਹ। ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਨਹੀਂ ਸਮਝਿਆ ਉਹ। ਹਮੇਸ਼ਾ ਗਰਮੀਆਂ ਨਹੀਂ ਰਹਿੰਦੀਆਂ, ਹਮੇਸ਼ਾ ਸਰਦੀਆਂ ਨਹੀਂ ਰਹਿੰਦੀਆਂ, ਹਮੇਸ਼ਾ ਬਸੰਤ ਨਹੀਂ ਰਹਿੰਦੀ, ਹਮੇਸ਼ਾ ਪਤਝੜ ਵੀ ਨਹੀਂ ਰਹਿੰਦੀ, ਹਮੇਸ਼ਾ ਰਾਤ ਵੀ ਨਹੀਂ ਰਹਿੰਦੀ, ਤੇ ਹਮੇਸ਼ਾ ਦਿਨ ਵੀ ਨਹੀਂ ਰਹਿੰਦਾ। ਸਿਆਣੇ ਕਹਿੰਦੇ ਨੇ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ। ਸਮਾਂ ਕਦੀ ਵੀ ਨਹੀਂ ਰਹਿੰਦਾ, ਇਹ ਤਬਦੀਲੀ ਆਉਂਦੀ ਹੈ। ਕੋਈ ਬੰਦਾ ਕਹੇ ਜੀ ਮੇਰੇ ਚਿੱਟੇ ਵਾਲ ਆਉਣੇ ਨਾ, ਉਹ ਤਾਂ ਮੂਰਖ ਹੈ, ਕਿਉਂਕਿ ਤਬਦੀਲੀ ਕੁਦਰਤ ਦਾ ਅਟਲ ਨਿਯਮ ਹੈ। ਅਟਲ ਨਿਯਮ ਹੈ ਤਾਂ ਇਹਨੂੰ ਤਾਂ ਟਾਲ ਨਹੀਂ ਸਕਦਾ ਕੋਈ। ਹੁਣ ਕਹਿੰਦੇ ਜੇ ਕੋਈ ਗੁਰੂ ਦੀ ਸਿੱਖਿਆ ਲੈ ਲਵੇ ਅਤੇ ਦੁੱਖ ਅਤੇ ਸੁੱਖ ਨੂੰ ਸਮਕਰ ਜਾਣ ਲਵੇ, ਸ਼ਬਦ ਭੇਦ ਸੁਖ ਹੋਏ। ਗੁਰੂ ਦੇ ਉਪਦੇਸ਼ ਰਾਹੀਂ ਇਹ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਭੇਦ ਲਵੇ, ਭਾਵ ਵਿੰਨ ਲਵੇ, ਫਿਰ ਸੁਖ ਹੁੰਦਾ। ਕਿਉਂਕਿ ਸਾਰੇ ਸੁਖ ਗੁਰੂ ਦੇ ਚਰਨਾਂ 'ਚ ਨੇ। ਸੁਖ ਨਾਹੀ ਰੇ ਹਰ ਭਗਤ ਬਿਨਾ। ਹਰੀ ਦੀ ਭਗਤੀ ਗੁਰੂ ਦੇ ਚਰਨਾਂ 'ਚੋਂ ਮਿਲਦੀ ਹੈ। ਸੁਖ ਭਗਤੀ ਤੋਂ ਬਗੈਰ ਹੁੰਦਾ ਕੋਈ ਨਹੀਂ। ਰੁਪਈਏ ਪੈਸੇ ਨਾਲ ਸਾਧ ਸੰਗਤ ਜੀ ਇਹ ਦੁਨੀਆ ਨੂੰ ਭੁਲੇਖਾ ਪਿਆ ਹੋਇਆ ਕਿ ਮੇਰੇ ਕੋਲ ਸੁੱਖ ਆ ਜਾਣਗੇ। ਰੁਪਈਏ ਪੈਸੇ ਨਾਲ ਕਦੀ ਕੋਈ ਬੰਦਾ ਸੁਖੀ ਹੋਇਆ ਹੀ ਨਹੀਂ। ਆਹ ਬੜੇ ਬੜੇ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦੇ ਹੁੰਦੇ ਸੀ, ਆਹ ਰੇਮੰਡ ਦੇ ਮਾਲਕ ਵੀ ਜਿਹੜਾ ਹੈ ਬਿਰਧ ਆਸ਼ਰਮਾਂ ਦੇ ਵਿੱਚ ਦਿਨ ਕੱਟਣ ਵਾਸਤੇ ਮਜਬੂਰ ਨੇ। ਬੜੇ ਬੜੇ ਉੱਚੇ ਅਹੁਦਿਆਂ ਤੇ ਰਹੇ ਹੋਏ ਅਫਸਰ ਵੀ, ਆਹ ਬਾਬਾ ਜੀ ਸੁਣਾਉਂਦੇ ਹੁੰਦੇ ਸੀ ਗੱਲ, ਕੋਈ ਹੈਡ ਮਾਸਟਰ ਸੀ ਜਾਂ ਪ੍ਰਿੰਸੀਪਲ ਸੀ, ਢਾਬੇ ਦੇ ਉੱਤੇ ਬੈਠਾ ਸੁੱਕੀ ਰੋਟੀ ਲੈ ਕੇ ਪਾਣੀ ਦੇ ਗਲਾਸ ਦੇ ਵਿੱਚ ਡਬੋ ਡਬੋ ਖਾ ਰਿਹਾ। ਕੋਈ ਕੁਲੀਗ ਲੰਘਿਆ, ਪੁੱਛਿਆ ਹੈੱਡ ਸਾਹਿਬ ਤੁਸੀਂ ਆਹ ਹਾਲ? ਉਹ ਕਹਿੰਦਾ ਭਰਾਵਾ ਮੈਨੂੰ 24 ਘੰਟਿਆਂ ਦੇ ਵਿੱਚ ਇੱਕੋ ਵਾਰੀ ਰੋਟੀ ਨਸੀਬ ਹੁੰਦੀ ਹੈ, ਉਹ ਵੀ ਇਸ ਕਰਕੇ ਇਹ ਜਿਹੜਾ ਢਾਬੇ ਦਾ ਮਾਲਕ ਹੈ ਇਹ ਆਪਣਾ ਸਟੂਡੈਂਟ ਰਿਹਾ ਕਿਸੇ ਵੇਲੇ। ਨਹੀਂ ਤਾਂ ਮੇਰੇ 2 ਮੁੰਡੇ ਨੇ, ਜਦੋਂ ਪੈਨਸ਼ਨ ਆਉਣੀ ਹੁੰਦੀ ਹੈ ਉਹ ਮੈਨੂੰ ਬਾਜ਼ਾਰ 'ਚੋਂ ਲੱਭ ਲੈਂਦੇ ਨੇ ਕਿਤੇ ਨਾ ਕਿਤੋਂ, ਚਾਹੇ ਮੈਂ ਕਿਤੇ ਮਰਜ਼ੀ ਲੁਕ ਲਾਂ। ਉਹਨਾਂ ਨੇ ਆ ਕੇ ਮੈਨੂੰ ਕੋਈ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ, ਕੋਈ ਫਤਿਹ ਨਹੀਂ ਬੁਲਾਉਣੀ, ਕੋਈ ਰਾਮ ਰਾਮ ਨਹੀਂ ਕਹਿਣਾ। ਉਹਨਾਂ ਨੇ ਇੱਕ ਨੇ ਮੈਨੂੰ ਇੱਧਰੋਂ ਕੱਚ ਤੋਂ ਬਾਂਹ ਤੋਂ ਫੜਨਾ, ਇੱਕ ਨੇ ਇੱਧਰੋਂ, 2 ਘਸੋਨੇ ਇੱਧਰੋਂ ਮਾਰ ਦੇਣੇ, 2 ਘਸੋਨੇ ਇੱਧਰੋਂ ਮਾਰ ਦੇਣੇ ਨੇ, ਅਤੇ ਬਸ ਨਾਲ ਦੀ ਨਾਲ ਮੋਟਰਸਾਈਕਲ 'ਤੇ ਬਿਠਾ ਲੈਣਾ, ਬੈਂਕ ਲਿਜਾਣਾ, ਵਿਡਰਾਲ ਭਰਨਾ, ਜਿੰਨੀ ਪੂਰੀ ਪੈਨਸ਼ਨ ਹੈ ਉਹ 'ਤੇ ਸਾਈਨ ਕਰਵਾ ਲੈਣੇ ਨੇ, ਘਰੇ ਵੜਨ ਨਹੀਂ ਦਿੰਦੇ। ਇਹ ਢਾਬੇ ਵਾਲਾ ਕਹਿੰਦਾ ਦੇਖੋ ਸਰ ਜੀ ਮੈਂ ਸਬਜ਼ੀ ਤਾਂ ਤੁਹਾਨੂੰ ਦੇ ਨਹੀਂ ਸਕਦਾ, ਆਹ ਫੁਲਕਾ ਮੇਰੇ ਕੋਲ ਹੁੰਦਾ ਸੁੱਕਾ ਫੁਲਕਾ, ਪਾਣੀ ਦਾ ਗਲਾਸ ਦੇ ਦਿੰਦਾ, ਬਸ ਕੋਈ ਬਚਿਆ ਹੋਇਆ ਕੋਈ ਅਚਾਰ ਦੇਤਾ ਉਹਦੇ ਨਾਲ ਮੈਂ ਖਾ ਲੈਂਦਾ। ਜੇ ਆਪਾਂ ਆਖੀਏ ਕਿ ਇਹ ਰਾਜ ਦੇ ਵਿੱਚ ਸੁੱਖ ਹੈ, ਭਰਥਰੀ ਵਰਗੇ ਜੇ ਰਾਜ ਸੁੱਖ ਹੁੰਦਾ ਨਾ, ਭਰਥਰੀ ਵਰਗੇ ਰਾਜ ਛੱਡ ਕੇ ਨਹੀਂ ਦੌੜਦੇ ਸੀ। ਦੇਖੋ ਬਾਬਾ ਜੀ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਰੋਵੈ ਰਾਮ ਨਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਦੈਸਰ ਰੋਵੈ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜ਼ਦੂਰ, ਜਿਨ ਕੇ ਸੁਆਮੀ ਰਹਿਤ ਹਜ਼ੂਰ। ਅੱਗੇ ਜਾ ਕੇ ਸਤਿਗੁਰੂ ਕਹਿੰਦੇ ਰਾਜੇ ਰੋਵੈ ਕੰਨ ਪੜਾਏ, ਪੰਡਿਤ ਰੋਵੈ ਗਿਆਨ ਗਵਾਏ। ਜੇ ਆਪਾਂ ਕਹੀਏ ਗਿਆਨ ਨਾਲ, ਰੁਪਈਏ ਪੈਸੇ ਨਾਲ, ਪੜ੍ਹਾਈ ਨਾਲ, ਅਹੁਦਿਆਂ ਨਾਲ, ਰਾਜ ਭਾਗ ਨਾਲ ਸੁੱਖ ਮਿਲ ਜੂਗਾ, ਇਹ ਸਾਡੀ ਮੂਰਖਤਾ ਹੈ। ਸਤਿਗੁਰੂ ਨੇ ਫੈਸਲਾ ਦੇ ਦਿੱਤਾ ਕਿ ਸੁੱਖ ਤਾਂ ਗੁਰੂ ਦੇ ਚਰਨਾਂ 'ਚ ਹੈ। ਇੱਕ ਨਾ ਕੋਈ ਗਾਉਂਦੇ ਵੀ ਹੁੰਦੇ ਸੀ, ਕਹਿੰਦੇ ਸੁੱਖ ਨਾ ਵਿੱਚ ਗ੍ਰਸਤ ਦੇ,
ਸੁਖ ਨਾ ਛੱਡ ਗਿਆ, ਸੁਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਬਸ ਇੱਥੇ ਹੀ ਸੁਖ ਹੈ। ਉਹਨੇ ਜਾ ਕੇ ਗੁਰਬਾਣੀ ਦੇ ਸਿਧਾਂਤ ਨੂੰ ਸੌਖਾ ਕਰਕੇ ਕਹਿਤਾ। ਕਹਿੰਦੇ ਇਹਨਾਂ ਨੂੰ ਨਾ ਫਿਰ ਜਿਹੜਾ ਹੈ ਇਹਨੂੰ ਸੰਗ ਕਰਕੇ ਜਾਣਨਾ, ਦੁੱਖ ਤੇ ਸੁੱਖ ਨੂੰ ਬਰਾਬਰ ਜਾਣ ਕੇ ਜਾਣਨਾ, ਤੇ ਫਿਰ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਰਾਹੀਂ, ਸ਼ਬਦ ਰਾਹੀਂ ਬਿੰਨ ਲੈਣਾ, ਫਿਰ ਸੁੱਖ ਮਿਲਣਾ। ਫਿਰ ਖੱਖੇ ਨੂੰ ਔਂਕੜ ਵਾਲਾ ਸੁੱਖ ਮਿਲਣਾ। ਖੱਖੇ ਨੂੰ ਔਂਕੜ ਵਾਲਾ ਸੁੱਖ ਕਿਹੜਾ? ਸ਼੍ਰੋਮਣੀ ਸੁੱਖ, ਇੱਕੋ ਹੀ ਸੁੱਖ ਜਿਹੜਾ ਸਭ ਦਾ ਸਿਰਮੌਰ ਸੁੱਖ ਹੈ। ਜਿਹੜੇ ਆਪਣੇ ਸੁੱਖ ਨੇ ਨਾ, ਆ ਧੀਆਂ ਪੁੱਤਾਂ ਦਾ ਸੁੱਖ, ਆ ਘਰ ਵਾਲੀ ਦਾ ਸੁੱਖ, ਪਰਿਵਾਰ ਦਾ ਸੁੱਖ, ਮਾਇਆ ਦਾ ਸੁੱਖ, ਜਿਹੜਾ ਇਹ ਸਾਰੇ ਸੁੱਖਾਂ ਦਾ ਟੋਟਲ ਹੈ, ਭਾਵ ਪਰਮਾਤਮਾ ਦੇ ਮਿਲਾਪ ਵਾਲਾ ਸੁੱਖ। ਖੱਖੇ ਨੂੰ ਔਂਕੜ ਵਾਲਾ ਸੁੱਖ ਕਿਹੜਾ? ਪਰਮਾਤਮਾ ਦੇ ਵਿੱਚ ਅਭੇਦ ਹੋਣ ਦਾ ਸੁੱਖ, ਸਾਰੇ ਸੁੱਖਾਂ ਦਾ ਸ਼੍ਰੋਮਣੀ ਸੁੱਖ ਹੈ ਜਿਹੜਾ। ਅੱਗੇ ਗਰੀਬ ਨਵਾਜ ਫਰਮਾਉਂਦੇ ਨੇ, ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਵਿਆਸ, ਮੋਨ ਜਨ ਸੇਵਕ ਸਾਧਿਕਾ, ਨਾਮ ਰਤੇ ਗੁਣ ਤਾਸ, ਸੱਚ ਰਤੇ ਸੇ ਜਣ ਗਏ, ਹਾਂ ਸਦ ਬਲਿਹਾਰੈ ਜਾਸ। ਕਹਿੰਦੇ ਵੇਦ ਪੁਕਾਰਦੇ ਨੇ, ਕਹਿੰਦੇ ਨੇ ਵੇਦ ਕੀ? ਇਹ ਜਿਹੜੀ ਵੇਦ ਬਾਣੀ ਹੈ ਇਹ ਬ੍ਰਹਮ ਬਾਣੀ ਹੈ, ਇਹ ਬਿਆਸ ਬਾਣੀ ਹੈ, ਇਹਨੂੰ ਵਾਚਣਾ ਚਾਹੀਦਾ ਹੈ, ਭਾਵ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ। ਇਹ ਕਹਿੰਦੇ ਨੇ ਵਾਚਣਾ ਮਣੇ ਵਿਚਾਰਨਾ, ਪੜਤਾਲ ਕਰਨੀ, ਉਹਨੂੰ ਦੇਖਣਾ, ਘੋਖਣਾ। ਪਰ ਮਹਾਰਾਜ ਕਹਿੰਦੇ ਇਹ ਵੇਦ ਬਾਣੀ ਵਿਚਾਰ ਨਾਲ ਕੁਛ ਨਹੀਂ ਹੁੰਦਾ, ਕਿਉਂਕਿ ਸਾਧ ਸੰਗਤ ਜੀ ਵੇਦਾਂ ਦੇ ਵਿੱਚ ਸਤਿਗੁਰੂ ਨੇ ਲਿਖਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਫਿਰੈ ਜੋ ਬੇਤਾਲਿਆ। ਵੇਦਾਂ 'ਚ ਨਾਮ ਹੈ ਪਰ ਹੈ ਬਹੁਤ ਘੱਟ ਮਾਤਰਾ 'ਚ। ਵੇਦਾਂ ਦੇ ਵਿੱਚ ਕਰਮਕਾਂਡ ਜ਼ਿਆਦਾ ਹੈ। ਇਹ ਗਊ ਕੀ ਬਲੀ ਐਸੇ ਦੇਣੀ चाहिए, तीर्थ पर ऐसे नहाना चाहिए, एकादशी को ऐसे दान करना चाहिए। ये कर्मकांड ज़्यादा ने। परमात्मा के नाम की स्तुति बहुत घट हैगी है, ना मात्र है, वो बहुत ज़्यादा है, भाव बहुत ज़्यादा वड्डा तूड़ी का ढेर है, दाणियां की मुट्ठी है उहदे विच, ऐं कह लईए आपां। पर महाराज जी कहने फिर इन्हां नाल की होएगा? कहने कुछ भी नहीं हुंदा। जिहड़े मोन जान भाव मुनि जन, परमात्मा के सेवक साधक, जिहड़े अपने आप नूं सोधण ते लगे हुए ने, अपने आप नूं सवारण ते लगे हुए ने, असल विच वो बंदे ने जिहड़े नाम रत्ते गुण तास, जिहड़े गुणां दे खजाने वाहिगुरू दे नाम विच रत्ते गए। असल दे विच उही मुनि जन ने, असल दे विच उही सेवक ने, असल दे विच उही साधक ने। कल्ले मेरे वर्गे पढ़न वाले सेवक साधक नहीं हो सकते। सतगुरु ने कहता पाठ पढ़ियो और वेद विचारियो, निवल भुअंगम साधे, पंच जना सो संग ना छुटक्यो, अधिक अहम बुद्ध बांधे। अगे भी कहता प्यारे इन विद मिल ना जाई, मैं किए कर्म अनेका, हार परयो स्वामी क्या द्वारा, दीजा बुद्ध विवेका। बस आपां ने ना अपना तां अपने लिए तां वेद भी, पुराण भी, कुरान भी, बाइबल भी, अंजील भी गुरु की बाणी है। गुरु की बाणी गुरु रूप होने कारण साध संगत जी जे आपां बाणी नूं विचारीए ना, ये सानूं सिमरन करवाउंदी है बाणी। कई थां ते तुसीं देखिआ हुंदा ना, हर 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 आराधी है, राम 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 राम। कई बारी चौथे पातशाह ने तां किन्ने किन्ने बारी लिखिआ होया। चौथे पातशाह की बाणी विच तां परमात्मा के सिमरन की बहुत बारी रैपीटेशन है। फिर अरदास करनी सानूं बाणी सिखाउंदी आ। सुखमनी साहिब दा आपां पाठ कर लईए, बारी बारी हार आउंदा है, प्रभ का सिमरन, प्रभ आपां नूं याद कर लिया, प्रभ दा सिमरन नाल दी नाल हो गया। सिमरन के अखरी अर्थ ने याद करना, किसी नूं चेते करना, किसी नूं अपनी सिमरती विच लियाउणा, उहनूं सिमरन कहंदे ने। वारी वारी प्रभ प्रभ कै सिमरन, प्रभ कै सिमरन आउंदा, इहदा मतलब साडा सिमरन भी नाल दो नाल हो गया। जाप साहब पढ़दे आपां, वो ते तूं दी गल चल रही है। अकाल उस्तत पढ़दे हां, ਉਹਦੇ ਵਿੱਚ तूं दी गल चल रही है। ज़मीन तू ही, मकान तू ही, पढ़दे फिर तू ही 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 तू ही। सिमरन की गल है, सानूं साडे लई बाणीओ सिमरन है, बाणीओ अरदास है साडी। गरीब नवाज जी कहंदे असल विच जिहड़े गुणां दे खजाने दे नाम दे विच रंगे गए, असल विच उही साधक ने, उही सेवक ने, उही मुन जान ने। सच रत्ते से जन गए,
ਹਉ ਸਦ ਬਲਿਹਾਰੈ ਜਾਸ। ਜਿਹੜੇ ਵਡਭਾਗੇ ਜੀਵ ਸੱਚੇ ਨਾਮ ਦੇ ਵਿੱਚ ਰੰਗੇ ਗਏ, ਉਹ ਜੀਵਨ ਦੀ ਬਾਜੀ ਜਿੱਤ ਕੇ ਚਲੇ ਗਏ, ਜਿਣ ਗਏ, ਜਿੱਤ ਕੇ ਚਲੇ ਗਏ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਮਤਲਬ ਨਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ, ਅਸਲ ਵਿੱਚ ਉਹੀ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ। ਜਿਹੜੇ ਬਾਜੀ ਜਿੱਤ ਗਏ, ਹਉ ਸਦ ਬਲਿਹਾਰੈ ਜਾਸ, ਮੈਂ ਉਹਨਾਂ ਤੋਂ ਹਮੇਸ਼ਾ ਹਮੇਸ਼ਾ ਕੁਰਬਾਨ ਜਾਨਾ। ਸਾਧ ਸੰਗਤ ਜੀ ਦੇਖੋ, ਜਿੱਤਦੇ ਅਸੀਂ ਜੀਵਨ ਦੀ ਬਾਜੀ, ਤੇ ਬਲਿਹਾਰ ਸਾਡੇ ਸਤਿਗੁਰੂ ਜਾਂਦੇ ਨੇ। ਕਿਉਂ? ਮੈਰਿਟ ਦੇ ਵਿੱਚ ਬੱਚਾ ਆਉਂਦਾ, ਫੋਟੋ ਬੱਚੇ ਦੀ, ਸਟੂਡੈਂਟ ਦੀ ਛਪਦੀ ਹੈ ਕਿ ਜੀ ਇਹ ਫਲਾਣੀ ਕਲਾਸ ਦੇ ਵਿੱਚੋਂ ਇਹ ਯੂਨੀਵਰਸਿਟੀ ਨੂੰ ਟੌਪ ਕਰ ਗਿਆ, ਇਹ ਪੂਰੇ ਪੰਜਾਬ ਨੂੰ ਟੌਪ ਕਰ ਗਿਆ। ਪਰ ਜਿਹੜਾ ਬਾਪ ਹੁੰਦਾ ਨਾ, ਉਹਦੇ ਲਈ ਮੋਟਰਸਾਈਕਲ ਲੈ ਕੇ ਦਿੰਦਾ, ਉਹਦੇ ਲਈ ਕਾਰ ਲੈ ਕੇ ਦਿੰਦਾ, ਉਹਨੂੰ ਸ਼ਾਬਾਸ਼ੇ ਦਿੰਦਾ, ਉਹਨੂੰ ਜੱਫੀ 'ਚ ਲੈਂਦਾ, ਉਸ ਨੂੰ ਵਧੀਆ ਕੱਪੜੇ ਲੈ ਕੇ ਦਿੰਦਾ। ਵਾਹ ਮੇਰੇ ਸ਼ੇਰ ਪੁੱਤਾ, ਤੂੰ ਮੇਰੀ ਇੱਜ਼ਤ ਵਧਾਈ ਹੈ, ਤੂੰ ਮੇਰਾ ਮਾਣ ਰੱਖਿਆ। ਇਸੇ ਤਰ੍ਹਾਂ ਅਸੀਂ ਗੁਰੂ ਕਲਗੀਧਰ ਦੀ ਔਲਾਦ ਹੋਣ ਕਾਰਨ, ਅਸੀਂ ਗੁਰੂ ਧਰ ਦੇ ਜਿਹੜਾ ਹੈ ਮਤਲਬ ਨਾਦੀ ਸਾਹਿਬਜ਼ਾਦੇ ਹੋਣ ਕਾਰਨ, ਜਦੋਂ ਅਸੀਂ ਜਿੱਤਾਂਗੇ ਜੀਵਨ ਦੀ ਬਾਜੀ ਨੂੰ, ਸਾਡੇ ਕਲਗੀਆਂ ਵਾਲੇ ਨਾ ਬਾਹਾਂ ਉਲਾਰ ਕੇ ਸਾਨੂੰ ਕਹਿਣਾ, ਓਏ ਆ ਓਏ ਗੁਰਸਿੱਖਾ, ਉਹ ਜਿੱਤ ਕੇ ਆਇਆ, ਉਹ ਸ਼ਾਬਾਸ਼ੇ ਪੁੱਤਰਾ, ਆ ਮੇਰੇ ਗਲ ਲੱਗ। ਜਦੋਂ ਹਾਰ ਕੇ ਜਾਵਾਂਗੇ, ਉਹ ਆਖਣਗੇ, ਉਹ ਦੁਰ ਫਿਟੇ ਮੂੰਹ, ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਹੀ ਨਹੀਂ ਕੀਤਾ ਕਦੀ, ਉਹ ਤੂੰ ਕਦੀ ਸ਼ਰਧਾ ਭਾਵਨਾ ਨਾਲ ਗੁਰਦੁਆਰੇ ਨਹੀਂ ਗਿਆ। ਜਿਵੇਂ ਬੱਚਾ ਫੇਲ ਹੋ ਕੇ ਆਉਂਦਾ ਨਾ, ਫਿਰ ਬਾਪ ਬਾਹਾਂ ਲਾਰ ਕੇ ਤਾਂ ਨਹੀਂ ਖੜਾ ਹੁੰਦਾ, ਫਿਰ ਬਾਪ ਤਾਂ ਜੁੱਤੀ ਲਾ ਕੇ ਖੜਾ ਹੁੰਦਾ ਨਾ ਗੇਟ ਮੂਹਰੇ, ਫਿਰ ਜੁੱਤੀਆਂ ਨਾਲ ਸਵਾਗਤ ਹੁੰਦਾ, ਕਿਉਂਕਿ ਹਾਰ ਕੇ ਆ ਗਿਆ, ਫੇਲ ਹੋ ਕੇ ਆ ਗਿਆ। ਸਾਡੇ ਘਰ ਕੋਈ ਨੌਕਰ ਰੱਖਿਆ ਹੋਵੇ, ਅਸੀਂ ਉਹਨੂੰ ਪੈਸੇ ਫੜਾਈਏ, ਜਾ ਬੇਟਾ ਕਿਲੋ ਚੀਨੀ ਲੈ ਆ, ਜੋ ਕਿਲੋ ਚੀਨੀ ਲੈ ਆਪਾਂ ਕਹਿੰਦਾ ਸ਼ਾਬਾਸ਼ ਯਾਰ, ਬੜਾ ਜਲਦੀ ਮੁੜਿਆ, ਬਹੁਤ ਵਧੀਆ ਕੀਤਾ। ਜੇ ਉਹ ਹੁਣ ਉਹ ਪੈਸਿਆਂ ਦੀ ਆਈਸਕ੍ਰੀਮ ਖਾ ਕੇ ਮੁੜਿਆ ਵੇ, ਜਾਂ ਮਤਲਬ ਉਹ ਪੈਸੇ ਦਾ ਜੂਆ ਖੇਡ ਕੇ ਮੁੜਿਆ ਵੇ, ਫਿਰ ਨੌਕਰ ਦੀ ਕੀ ਸੇਵਾ ਹੋਊਗੀ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਬਿਲਕੁਲ ਆਹੀ ਗੱਲ ਆ ਸਾਡੇ ਨਾਲ ਵੀ। ਜਦੋਂ ਜੀਵਨ ਦੀ ਬਾਜੀ ਜਿੱਤ ਕੇ ਜਾਵਾਂਗੇ, ਸਾਧ ਸੰਗਤ ਸਾਡਾ ਧਰਮੀ ਬਾਬਲ ਗੁਰੂ ਨਾਨਕ ਪਾਤਸ਼ਾਹ, ਗੁਰੂ ਕਲਗੀਧਰ ਪਿਤਾ ਸਾਡੇ ਲਈ ਖੜਾ ਹੋਏਗਾ ਸਿੰਘਾਸਣ ਤੋਂ, ਮੇਰਾ ਪੁੱਤਰ ਜਿੱਤ ਕੇ ਆਇਆ, ਸਾਡੇ ਲਈ ਜਕਾਰੇ ਛੱਡੇਗਾ। ਜਿੱਤੇ ਸੀ ਨਾ ਬਾਬਾ ਅਜੀਤ ਸਿੰਘ ਜੀ, ਜਿੱਤੇ ਸੀ ਨਾ ਬਾਬਾ ਜੁਝਾਰ ਸਿੰਘ ਜੀ, ਸਤਿਗੁਰੂ ਨੇ ਆਪ ਜਕਾਰੇ ਛੱਡੇ ਨਾ ਉਹਨਾਂ ਦੇ ਜਿੱਤਣ ਵਾਲਿਆਂ ਦੇ। ਜਦੋਂ ਸਿੰਘਾਂ ਦਾ ਜਥਾ ਸ਼ਹੀਦ ਹੁੰਦਾ ਸੀ, ਗਰੀਬ ਨਵਾਜ਼ ਜਕਾਰੇ ਛੱਡਦੇ ਸੀ ਨਾ, ਕਿਉਂਕਿ ਧਰਮ ਦੇ ਬਾਜੀ ਜਿੱਤ ਗਏ। ਉਹ ਹਾਰਿਆਂ ਹੋਇਆਂ ਦੇ ਇਸ ਗੱਲ 'ਚ ਕੋਈ ਸਰੋਪਾ ਨਹੀਂ ਪਾਉਂਦਾ, ਹਾਰਿਆਂ ਹੋਇਆਂ ਨੂੰ ਕੋਈ ਜੈ ਜੈਕਾਰ ਨਹੀਂ ਕਰਦਾ ਹੈਗਾ। ਹਾਰਿਆਂ ਹੋਇਆਂ ਨੂੰ ਤਾਂ ਨਾ, ਜਿਹੜਾ ਕੋਈ ਸਾਡੀ ਟੀਮ ਹਾਰ ਕੇ ਆਉਂਦੀ ਹੈ, ਸੜੇ ਹੋਏ ਟਮਾਟਰ, ਗਲੇ ਹੋਏ ਗੰਢੇ ਉਹਨਾਂ ਦੇ ਸਵਾਗਤ ਵਾਸਤੇ ਰੱਖੇ ਜਾਂਦੇ ਨੇ, ਫਿਰ ਉਹਨਾਂ ਦੇ ਸਿਰ 'ਚ ਪੈਂਦੇ ਨੇ। ਇਹੀ ਹਾਲ ਹੈ, ਹਾਰਿਆਂ ਹੋਇਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਹੈ। ਗਰੀਬ ਨਵਾਜ਼ ਕਹਿੰਦੇ, ਮਾਨੋ ਤੋਂ ਬਲਿਹਾਰ ਜਾਨਾ, ਜਿਹੜੇ ਸੱਚ ਦੇ ਵਿੱਚ ਰੰਗੇ ਗਏ ਤੇ ਜੀਵਨ ਦੀ ਬਾਜੀ ਜਿੱਤ ਕੇ ਗਏ ਨੇ। ਚੌਹਾਂ ਜੁਗ ਮੈਲੇ ਮਲ ਭਰੇ, ਇਹਨੂੰ ਮੈਲੇ ਮਲ ਭਰੇ ਨਹੀਂ ਪੜ੍ਹਨਾ, ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ, ਪੜ੍ਹ ਦਈਏ ਆਪਾਂ, ਚੌਹਾਂ ਜੁਗ, ਬਾਬਾ ਜੀ ਨੇ ਕੀ ਦੱਸਿਆ, ਜੇ ਗਿਣਤੀ ਵਾਚਕ ਸ਼ਬਦ ਹੋਵੇ ਤਾਂ ਟਿੱਪੀ ਨਾਲ ਲਾ ਕੇ ਪੜ੍ਹਨਾ, ਹਾਹੇ ਦੇ ਉੱਤੇ ਟਿੱਪੀ, ਇਹਨੂੰ ਚੌਹਾਂ ਨਹੀਂ ਪੜ੍ਹਨਾ, ਚੌਂ, ਕਿਉਂਕਿ ਤਿੰਨੇ ਸ਼ਬਦ ਨੇ, ਦੋਹੋਂ, ਤਿਹੋਂ ਤੇ ਚੌਂ। ਅੱਗੇ ਤਾਂ ਫਿਰ ਉਹ ਦੂਸਰੀ ਤਰ੍ਹਾਂ ਦੀ ਗਿਣਤੀ ਆਉਂਦੀ ਆ, 5 6 ਅਵਧ। ਇਹਨਾਂ ਤਿੰਨਾਂ ਸ਼ਬਦਾਂ ਤੇ ਟਿੱਪੀ ਲਾ ਕੇ ਪੜ੍ਹਨਾ। ਚੌਂ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ, ਭਗਤੀ ਭਾਏ ਵਹੂਣਿਆ, ਮੂੰਹ ਕਾਲਾ, ਇਹਨੂੰ ਕਾਲਾ ਨਹੀਂ ਪੜ੍ਹਨਾ, ਕਾਲਾ, ਮੂੰਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ, ਅਵਗੁਣ ਮੁੱਠੀ ਰੋਏ। ਜਿਨੀ, ਨੰਨੇ ਨੂੰ ਬਿਹਾਰੀ ਬਿੰਦੀ, ਪੈਰ ਚ ਹਾ, ਜਿਨੀ ਭਾਵ ਜੇ ਆਪਾਂ ਇਹਨੂੰ ਇਕੱਲਾ ਜਿੰਨੀ ਪੜ੍ਹਤਾ ਨਾ, ਫਿਰ ਤਾਂ ਹੁੰਦਾ ਇੰਨੀ ਜਿੰਨੀ ਚੀਜ਼ ਦੇ ਦਿਓ ਮੈਨੂੰ, ਥੋੜ੍ਹੀ ਜਿੰਨੀ ਚੀਜ਼ ਦੇ ਦਿਓ। ਜਿਨੀ, ਜਿਨ੍ਹਾਂ ਨੇ, ਆਪਾਂ ਧਿਆਨ ਰੱਖਣਾ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਧਿਆਨ ਰੱਖਣਾ, ਉਹਨੂੰ ਜਿੰਨੀ ਨਹੀਂ ਪੜ੍ਹਨਾ, ਜਿੰਨੀ, ਪੈਰ 'ਚ ਹਾਹਾ ਲਾ ਕੇ ਬੋਲਣਾ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਨਾਮ ਨਹੀਂ ਹੈ ਨਾ, ਉਹ ਤਾਂ ਚਾਰੇ ਯੁੱਗਾਂ ਦੇ ਵਿੱਚ ਮੈਲ ਨਾਲ ਭਰੇ ਹੋਏ ਨੇ, ਮੈਲੇ ਨੇ ਉਹ ਤਾਂ, ਉਹਨਾਂ ਨੂੰ ਉਜਲੇ ਨਹੀਂ ਕਿਹਾ ਜਾਂਦਾ, ਉਹਨਾਂ ਤੋਂ ਜਨਮਾਂ ਜਨਮੰਤਰ ਦੀ ਮੈਲ ਲੱਗਦੀ ਹੈ। ਸਤਿਗੁਰੂ ਕਹਿੰਦੇ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੁਆ ਸਿਆਹ, ਸਿਆਹ ਹੋ ਜਾਂਦਾ ਕਾਲਾ, ਇਹਨੂੰ ਜੁਗਾ ਜਗੰਤਰਾਂ ਦੀ ਮੈਲ ਲੱਗਦੀ ਹੈ। ਜਿਨ੍ਹਾਂ ਦੇ ਮੂੰਹ 'ਚ ਨਾਮ ਨਹੀਂ ਹੈ, ਉਹ ਤਾਂ ਮੈਲ ਨਾਲ ਥੋੜ੍ਹੇ ਬਹੁਤੇ ਨਹੀਂ, ਭਰੇ ਹੋਏ ਨੇ, ਬਿਲਕੁਲ ਐਨ ਨੱਕੋ ਨੱਕ ਭਰੇ ਹੋਏ ਨੇ ਮੈਲ ਨਾਲ, ਜਿਨ੍ਹਾਂ ਦੇ ਮੂੰਹ 'ਚ ਨਾਮ ਨਹੀਂ ਹੈ। ਭਗਤੀ ਭਾਏ ਬਹੂਣਿਆ, ਭਾਏ ਪ੍ਰੇਮ ਨੂੰ ਕਹਿੰਦੇ ਨੇ,
ਪ੍ਰੇਮਾ ਭਗਤੀ ਤੋਂ ਬਿਨਾ ਸਾਧ ਸੰਗਤ ਜੀ ਇੱਕ ਤਾਂ ਭਗਤੀ ਅਸੀਂ ਕਰਦੇ ਹਾਂ ਬੱਧੇ ਰੁੱਧੇ। ਉਹ ਯਾਰ ਉੱਠਣਾ ਪਊਗਾ ਤੜਕੇ, ਹੁਣ 5 ਵਜੇ ਉੱਠਦੇ ਹਾਂ। ਉਹ ਯਾਰ ਹੁਣ ਤਾਂ ਨਿਤਨੇਮ ਕਰਨਾ ਪਊਗਾ, ਹੈ ਨਾ। ਉਹ ਯਾਰ ਕਾਹਦਾ ਅੰਮ੍ਰਿਤ ਛਕ ਲਿਆ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਹੁਣ ਯਾਰ ਇਹ ਘੰਟਾ ਬੈਠਣਾ ਪੈਣਾ, ਹੈ ਨਾ। ਉਹ ਸਗੋਂ ਜਦੋਂ ਆਪਾਂ ਖਿੱਚ ਕੇ ਕਰਦੇ ਨਾ ਸਗੋਂ ਵੱਧ ਟਾਈਮ ਲੱਗਦਾ। ਮੈਂ ਦੇਖਿਆ ਕਾਹਲੀ ਵੀ ਬੇਸ਼ੱਕ ਨਾ ਕਰੋ। ਜਦੋਂ ਕਿਤੇ ਸਤਿਗੁਰੂ ਕਿਰਪਾ ਕਰਦੇ ਨੇ, ਇਹ ਰੋਜ਼ ਨਹੀਂ ਮਤਲਬ ਇੱਦਾਂ ਦਾ ਸਮਾਂ ਆਉਂਦਾ ਹੁੰਦਾ। ਜਦੋਂ ਕਿਤੇ ਸਤਿਗੁਰੂ ਕਿਰਪਾ ਕਰਦੇ ਨੇ, ਇਕਾਗਰਤਾ ਬਣ ਜਾਂਦੀ ਹੈ। ਫਿਰ ਆਪਾਂ ਪਾਠ ਵੀ ਸਪੀਡ ਕਰੀ ਜਾਂਦੇ ਹਾਂ, ਉਹ ਆਪਣੇ ਉਸ ਰੂਟੀਨ ਦੀ ਸਪੀਡ ਹੈ ਜਿਹੜੀ ਆਪਣੀ, ਅਤੇ ਆਪਣਾ ਨਜ਼ਾਰਾ ਵੀ ਉੱਦਾਂ ਆਉਂਦਾ, ਪਾਠ ਕਰਨ ਦਾ ਸਵਾਦ ਵੀ ਉੱਦਾਂ ਆਉਂਦਾ। ਨਹੀਂ ਤਾਂ ਸਾਧ ਸੰਗਤ ਜੀ ਫਿਰ ਟੱਕਰਾਂ ਹੀ ਹੁੰਦੀਆਂ ਨੇ। ਮਸਕੀਨ ਜੀ ਇਹਨੂੰ ਦੂਜੇ ਸ਼ਬਦਾਂ 'ਚ ਇਹ ਕਹਿੰਦੇ ਨੇ, ਜਿੱਦੇ ਉਹ ਕਰਵਾ ਲਵੇ ਉਦੇ ਨਿਤਨੇਮ ਹੈ, ਜਿੱਦੇ ਉਹ ਕਰਵਾ ਲਵੇ ਉਦੇ ਹੀ ਕੀਰਤਨ ਹੈ, ਜਿੱਦੇ ਉਹ ਕਰਵਾ ਲਵੇ ਉਦੇ ਹੀ ਕਥਾ ਹੈ। ਨਹੀਂ ਤਾਂ ਫਿਰ ਨਿਤਨੇਮ ਨਹੀਂ, ਟੱਕਰਾਂ, ਕਥਾ ਨਹੀਂ, ਖਪਣਾ ਖਿੱਚਣਾ ਹੁੰਦਾ, ਕੀਰਤਨ ਨਹੀਂ ਹੁੰਦਾ, ਉਹ ਤਾਂ ਕਲਾਕਾਰੀ ਹੁੰਦੀ ਆ। ਅਸੀਂ ਕਲਾਕਾਰੀ ਨਹੀਂ। ਮਹਾਰਾਜ ਨੇ ਸਾਨੂੰ ਭਗਤੀ ਭਾਏ ਪ੍ਰੇਮਾ ਭਗਤੀ ਕਰਨ ਦਾ ਹੁਕਮ ਬਖਸ਼ਿਆ। ਸਾਧ ਸੰਗਤ ਜੀ ਪ੍ਰੇਮ ਕਿਵੇਂ ਹੋਊਗਾ? ਕਹਿੰਦੇ ਪ੍ਰੇਮ ਤਾਂ ਜ਼ੋਰ ਨਾਲ ਪਾਇਆ ਨਹੀਂ ਜਾਂਦਾ। ਹਾਂ, ਪ੍ਰੇਮ ਕਿਵੇਂ ਹੁੰਦਾ? ਜਦੋਂ ਅਸੀਂ ਉਹਦੇ ਗੁਣਾਂ ਨੂੰ ਹਮੇਸ਼ਾ ਅੱਖਾਂ ਦੇ ਅੱਗੇ ਰੱਖਦੇ ਹਾਂ। ਦਾਤਿਆ ਤੇਰਾ ਕਿੰਨਾ ਸ਼ੁਕਰ ਹੈ, ਤੂੰ ਮੈਨੂੰ ਕਿੰਨਾ ਸੋਹਣਾ ਸਰੀਰ ਬਖਸ਼ਿਆ। ਮੇਰੇ ਸਰੀਰ ਦੇ ਸਾਰੇ ਅੰਗ ਪੂਰੇ ਨੇ, ਕਈਆਂ ਦੀਆਂ ਉਂਗਲਾਂ ਨਹੀਂ ਹੁੰਦੀਆਂ, ਕਈ ਲੱਤਾਂ ਤੋਂ ਹੀ ਨਹੀਂ ਹੁੰਦੇ ਪੂਰੇ। ਲੱਤਾਂ ਮਤਲਬ ਵਿਚਾਰੇ ਐ ਘਸੀਟ ਕੇ ਆਪਣੇ ਸਰੀਰ ਨੂੰ ਚੱਲਦੇ ਨੇ। ਕਈਆਂ ਦੇ ਬਾਹਾਂ ਨਹੀਂ ਹੁੰਦੀਆਂ ਹੈਗੀਆਂ, ਕਈ ਕੰਨਾਂ ਤੋਂ ਬੋਲੇ ਹੁੰਦੇ ਨੇ, ਕਈ ਅੱਖਾਂ ਤੋਂ ਅੰਨੇ ਹੁੰਦੇ ਨੇ, ਕਈ ਮੂੰਹ ਤੋਂ ਗੂੰਗੇ ਹੁੰਦੇ ਨੇ। ਮੇਰੇ ਦਾਤਿਆ, ਅੱਛਾ ਕਈ ਬਾਲਾਂ ਤੋਂ ਗੰਜੇ ਹੁੰਦੇ ਨੇ। ਮੇਰੇ ਦਾਤਿਆ ਕਿੰਨੀ ਕਿਰਪਾ ਤੇਰੀ, ਤੂੰ ਮੈਨੂੰ ਪੂਰਾ ਸਰੀਰ ਦਿੱਤਾ। ਫਿਰ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ। ਮੇਰੇ ਮਾਂ-ਬਾਪ ਹੈਗੇ ਨੇ, ਕਈਆਂ ਦੇ ਜੰਮਦੇ ਮਾਂ-ਬਾਪ ਮਰ ਜਾਂਦੇ ਨੇ, ਕਈਆਂ ਦੇ ਮਾਂ-ਬਾਪ ਝਾੜੀਆਂ 'ਚ ਸੁੱਟੇ ਹੁੰਦੇ ਨੇ, ਕਈਆਂ ਦੇ ਮਾਂ-ਬਾਪ ਝਾੜੀਆਂ ਸੁੱਟੇ ਹੁੰਦੇ ਨੇ। ਸਤਿਗੁਰੂ ਤੇਰੀ ਕਿੰਨੀ ਕਿਰਪਾ ਹੈ, ਮੇਰੇ ਮਾਂ-ਬਾਪ ਨੇ, ਮੇਰੇ ਮਾਂ-ਬਾਪ ਹੈਗੇ ਨੇ। ਫਿਰ ਦਾਤਿਆ ਮੇਰੇ ਮਾਂ-ਬਾਪ ਸ਼ੁਕਰ ਹੈ ਤੇਰਾ, ਉਹ ਭੈੜੇ ਬੰਦੇ ਨਹੀਂ ਹੈਗੇ। ਮੇਰੇ ਮਾਂ-ਬਾਪ ਗੁਰਸਿੱਖ ਨੇ, ਬਾਣੀ ਪੜ੍ਹਨ ਵਾਲੇ ਨੇ, ਗੁਰਦੁਆਰੇ 'ਚ ਸ਼ਰਧਾ ਭਾਵਨਾ ਰੱਖਣ ਵਾਲੇ ਨੇ। ਦਾਤਿਆ ਤੇਰਾ ਸ਼ੁਕਰ ਹੈ, ਮੇਰੇ ਭੈਣ ਭਰਾ ਵੀ ਹੈਗੇ ਨੇ। ਦਾਤਿਆ ਤੇਰਾ ਸ਼ੁਕਰ ਹੈ, ਤੂੰ ਮੈਨੂੰ ਐਜੂਕੇਸ਼ਨ ਬਖਸ਼ੀ ਹੈ। ਮੈਨੂੰ ਯਾਦ ਹੈ ਮੈਂ ਸਟਾਫ ਰੂਮ 'ਚ ਗਿਆ ਇੱਕ ਵਾਰੀ, ਇੱਕ ਮੇਰੀ ਕੁਲੀਗ ਬੀਬੀ ਮੈਨੂੰ ਕਹਿੰਦੀ, ਰਘਵੀਰ ਸਿੰਘ ਜੀ ਕੀ ਹਾਲ ਹੈ? ਪਤਾ ਨਹੀਂ ਮੈਨੂੰ ਕੀ ਮਸਤੀ ਚੜ੍ਹੀ ਹੋਈ ਸੀ, ਮੈਂ ਮੈਡਮ ਚੜ੍ਹਦੀ ਕਲਾ। ਉਹ ਦੇਖ ਕੇ ਨਾ ਬੜਾ ਹੈਰਾਨ ਹੋਈ ਵੀ ਯਾਰ ਆਹ ਕਮਾਲ ਦਾ ਬੰਦਾ। ਕਹਿੰਦੀ ਸੱਚੀ ਮਿੱਚੀ ਕਿ ਜਾਂ ਫਾਰਮੈਲਿਟੀ ਸੇਕ? ਮਾਰੀ ਸੱਚੀ ਮਿੱਚੀ। ਬਾਬਾ ਜੀ ਤੋਂ ਕਥਾ ਸੁਣੀ ਸੀ, ਤਾਜ਼ੀਆਂ ਤੱਤੀਆਂ ਜਲੇਬੀਆਂ ਖਾਧੀਆਂ ਦਾ ਸਵਾਦ ਹੋਰ ਹੁੰਦਾ ਨਾ। ਅਤੇ ਉਹ ਮੈਨੂੰ ਕਹਿੰਦੇ ਕਿਵੇਂ? ਮਹਾ ਮੈਡਮ 38 ਕਰੋੜ ਲੋਕਾਂ ਤੋਂ ਉਹਨਾਂ ਤੋਂ ਵਧੀਆ ਜਿਹਨਾਂ ਨੂੰ 3 ਡੰਗ ਦੀ ਰੋਟੀ ਨਹੀਂ ਮਿਲਦੀ। ਮੈਂ 36 ਕਰੋੜ ਲੋਕਾਂ ਤੋਂ ਉਹਨਾਂ ਤੋਂ ਵਧੀਆ ਜਿਨ੍ਹਾਂ ਕੋਲੇ ਰਹਿਣ ਲਈ ਮਕਾਨ ਨਹੀਂ। ਮੈਂ ਇੰਨੇ ਕਰੋੜ ਲੋਕਾਂ ਤੋਂ ਉਹਨਾਂ ਤੋਂ ਵਧੀਆ ਜਿਨ੍ਹਾਂ ਕੋਲੇ ਮਤਲਬ ਜਿਹੜਾ ਹੈ ਜਿਹਨਾਂ ਨੂੰ ਆਪਣਾ ਪਹਿਨਣ ਲਈ ਕੱਪੜੇ ਨਹੀਂ ਹੈਗੇ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਨ੍ਹਾਂ ਕੋਲੇ ਐਜੂਕੇਸ਼ਨ ਨਹੀਂ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਹੜੇ ਨਸ਼ਿਆਂ 'ਚ ਬਿਮਾਰੀਆਂ 'ਚ ਗ੍ਰਸਤ ਨੇ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਨ੍ਹਾਂ ਦੇ ਔਲਾਦ ਨਹੀਂ ਹੈ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਨ੍ਹਾਂ ਦੇ ਇਕੱਲੇ ਮੁੰਡੇ ਨੇ। ਮੈਂ ਉਹਨਾਂ ਲੋਕਾਂ ਤੋਂ ਵਧੀਆ ਜਿਨ੍ਹਾਂ ਦੇ ਇਕੱਲੀਆਂ ਕੁੜੀਆਂ ਨੇ। ਮੈਂ ਸਾਹ ਹੀ ਨਹੀਂ ਲਿਆ। ਕਹਿੰਦੀ ਫਿਰ ਤੈਥੋਂ ਮਾੜਾ ਵੀ ਕੋਈ ਹੈਗਾ, ਤੈਥੋਂ ਚੰਗਾ ਵੀ ਕੋਈ ਹੈਗਾ? ਮੈਂ ਕਿਹਾ ਹਾਂ ਹੈਗੇ। ਕਹਿੰਦੇ ਕੌਣ? ਮੈਂ ਪਰਮਾਤਮਾ ਦੇ ਸੰਤ ਬ੍ਰਹਮ ਗਿਆਨੀ। ਆਹ ਮੋਦੀ ਸ਼ੋਦੀ ਬਾਦਲ ਫੋਦਲ ਕੇ ਕੋਈ ਮੈਥੋਂ ਵਧੀਆ ਨਹੀਂ ਹੈਗੇ ਜੀ, ਮੈਂ ਸਾਰਿਆਂ ਤੋਂ ਵਧੀਆ। ਉਹ ਕਹਿੰਦੀ ਆਹ ਵੀ ਸੋਚਣ ਦਾ ਤਰੀਕਾ ਹੁੰਦਾ ਤਾਂ ਅਸੀਂ ਕਦੇ ਸੋਚਿਆ ਨਹੀਂ। ਮੈਂ ਹਾਂ ਜਦੋਂ ਅਸੀਂ ਆਹ ਤਰੀਕੇ ਨਾਲ ਸੋਚਾਂਗੇ ਨਾ ਫਿਰ ਸਾਡਾ ਪਰਮਾਤਮਾ ਨਾਲ ਪਿਆਰ ਪਊਗਾ। ਮਹਾਰਾਜ ਤੂੰ ਕਿੰਨੀ ਕਿਰਪਾ ਕੀਤੀ ਹੈ, ਤੂੰ ਮੈਨੂੰ ਖੋਜੀ ਦਾੜੀ ਦਿੱਤੀ, ਮੈਨੂੰ ਭਰਮੀ ਦਾੜੀ ਦਿੱਤੀ ਹੈ। ਕਈਆਂ ਦੇ ਮੈਂ ਦਾੜੀ ਕਿਉਂ ਨਹੀਂ ਦੇਖੀ, ਬਿਲਕੁਲ ਲੇਡੀਜ਼ ਵਰਗਾ ਮੂੰਹ ਹੁੰਦਾ। ਵਿਚਾਰੇ ਬਥੇਰੀਆਂ ਮਲੂਈਆਂ ਮਲਦੇ ਨੇ, ਹੋਰ ਉਹਨਾਂ ਦੇ ਹਾਰਮੋਨ ਜਿਹੜੇ ਡਿਵੈਲਪ ਹੁੰਦੇ, ਬਿਲਕੁਲ ਜਨਾਨੀਆਂ ਵਰਗਾ ਮੂੰਹ ਹੁੰਦਾ ਉਹਨਾਂ ਦਾ। ਅੱਛਾ ਕਈ ਬੀਬੀਆਂ ਦੇ ਦਾੜੀ ਆਈ ਹੁੰਦੀ ਆ ਕਿਉਂਕਿ ਉਹਨਾਂ ਦੇ ਹਾਰਮੋਨ ਡਿਸਟਰਬ ਹੋ ਜਾਂਦੇ ਨੇ। ਦਾਤੇ ਤੇਰੀ ਕਿੰਨੀ ਵਧੀਆ, ਮੇਰੇ ਸਾਰੇ ਸਰੀਰ ਦੇ ਅੰਗ ਪੂਰੇ ਨੇ, ਫਿਰ ਮੈਨੂੰ ਕੋਈ ਦੀਰਘ ਰੋਗ ਵੀ ਨਹੀਂ ਲਾਇਆ ਹੋਇਆ। ਪਰਮਾਤਮਾ ਤੇਰੀ ਕਿੰਨੀ ਕਿਰਪਾ, ਤੂੰ ਮੈਨੂੰ ਚੋਰ ਨਹੀਂ ਬਣਾਇਆ, ਆਹ ਮੁਰਗੇ ਬੱਕਰੇ ਵੱਢਣ ਵਾਲਾ ਨਹੀਂ ਬਣਾਇਆ, ਤੂੰ ਮੈਨੂੰ ਬਾਣੀ ਪੜ੍ਹਨ ਵਾਲਾ ਬਣਾਇਆ। ਸਤਿਗੁਰੂ ਤੁਸੀਂ ਸਵੇਰੇ ਸ਼ਾਮ ਮੈਨੂੰ ਦਿਦਾਰੇ ਵੀ ਦਿੰਦੇ ਹੋ, ਮੈਨੂੰ ਸੰਗਤ ਬਖਸ਼ ਦਿਓ। ਮਹਾਰਾਜ ਮੇਰੇ ਵਰਗਾ ਸੰਸਾਰ 'ਤੇ ਕੋਈ ਵੀ ਨਹੀਂ ਹੋਣਾ, ਤੇਰੀ ਕਿੰਨੀ ਕਿਰਪਾ। ਕਿਉਂ ਨਾ ਹੋਵਾਂ ਕਿਉਂਕਿ ਤੇਰਾ ਸਾਹਿਬਜ਼ਾਦਾ ਜੋ ਹੋਇਆ। ਕਿੰਨੀ ਕਿਰਪਾ ਤੇਰੀ, ਤੂੰ ਮੈਨੂੰ ਸੋਹਣੀ ਪੱਗ ਬੰਨ੍ਹਣ ਦੀ ਜਾਚ ਸਿਖਾਈ ਹੈ, ਸੋਹਣੇ ਕੱਪੜੇ ਪਾਉਣ ਦੀ ਜਾਚ ਸਿਖਾਈ ਹੈ। ਕਈਆਂ ਦਾ ਮੈਂ ਦੇਖਿਆ ਨਾ ਗੋਡਾਂ ਤੋਂ ਪਜਾਮੇ ਤੋਂ ਹੇਠਾਂ ਨਾਲ ਹੀ ਲਮਕੀ ਜਾਂਦਾ ਹੁੰਦਾ। ਕਈਆਂ ਦੀਆਂ ਮੂਰੀਆਂ ਪੁੱਠੀਆਂ ਸਿੱਧੀਆਂ ਹੁੰਦੀਆਂ ਨੇ। ਦਾਦੀ ਤੇਰੀ ਕਿੰਨੀ ਕਿਰਪਾ, ਤੂੰ ਮੈਨੂੰ ਇਹ ਵੀ ਜਿਹੜੀ ਹੈ ਅਕਲ ਦਿੱਤੀ ਹੈ।
ਤੂੰ ਮੈਨੂੰ ਬੋਲਣ ਦਾ ਸਲੀਕਾ ਦਿੱਤਾ, ਤੇਰੀ ਕਿੰਨੀ ਕਿਰਪਾ। ਉਹਦੇ ਜਦੋਂ ਗੁਣਾਂ ਨੂੰ ਯਾਦ ਕਰਾਂਗੇ, ਕੱਲਾ ਇਹ ਨਹੀਂ ਦੇਖਣਾ ਕਿ ਮੈਂ ਪੜ੍ਹਿਆ ਲਿਖਿਆ ਜੀ ਤਾਂ ਮੈਨੂੰ ਬੋਲਣ ਦੀ ਅਕਲ ਹੈ, ਨਹੀਂ। ਸਾਧ ਸੰਗਤ ਜੀ ਬੜੇ PhD ਨਾ ਬੜੀ ਉਹ ਲਾ ਕੇ ਆ ਤੁਸੀਂ ਹਸਪਤਾਲ ਡਾਕਟਰਾਂ ਕੋਲੇ ਜਾਏ ਜਾਓ, MD ਵੱਡੀ ਪੂਛ ਲੱਗੀ ਹੁੰਦੀ ਆ, ਪਰ ਜਦੋਂ ਮਰੀਜ਼ ਨੂੰ ਬੋਲਦੇ ਨੇ ਮਰੀਜ਼ ਦੀ ਅੱਧੀ ਜਾਨ ਹੀ ਨਿਕਲ ਜਾਂਦੀ ਆ, ਮਰੀਜ਼ ਦੀ ਅੱਧੀ ਜਾਨ ਹੀ ਨਿਕਲ ਜਾਂਦੀ ਆ। ਬੋਲਣ ਦੀ ਅਕਲ ਕੱਲੀ ਪੜ੍ਹਾਈ ਨਾਲ ਨਹੀਂ ਆਉਂਦੀ। ਇਹ ਦਿਮਾਗ ਦਾ ਅਕਲ ਦਾ ਸੰਬੰਧ ਪੜ੍ਹਾਈ ਨਾਲ ਨਹੀਂ ਹੈ। ਪੜ੍ਹਾਈ ਤਾਂ ਸਿਰਫ ਸਾਨੂੰ ਰੋਟੀ ਕਮਾਉਣੀ ਸਿਖਾਉਂਦੀ ਆ। ਹਾਂ, ਕੋਈ ਪੜ੍ਹਾਈ ਹੈਗੀ ਬ੍ਰਹਮ ਦੀ ਪੜ੍ਹਾਈ, ਜਿਹੜੀ ਬ੍ਰਹਮ ਵਿਦਿਆ ਹੈ ਉਹ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ। ਬੜੇ ਪ੍ਰੋਫੈਸਰਾਂ ਨੂੰ ਮੈਂ ਉਹ ਬੋਲੀ ਬੋਲਦਿਆਂ ਸੁਣਿਆ, ਮੇਰਾ ਖਿਆਲ ਵੀ ਬਸ ਰਹੇ ਰੱਬ ਦਾ ਨਾਮ। ਇਹ ਨਹੀਂ ਕੋਈ ਕਿਤਾਬਾਂ ਪੜ੍ਹ ਕੇ ਵੀ ਹਾਂ ਭਾਈ ਵੀਰ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਨੇ, ਪੜ੍ਹ ਪੁਸਤਕ ਢੇਰ ਕੁੜੇ, ਮੇਰਾ ਵਾਧਾ ਜਾਏ ਹਨੇਰ ਕੁੜੇ। ਕਿਉਂਕਿ ਜਿਹੜੀ ਜ਼ਿਆਦਾ ਰੌਸ਼ਨੀ ਹੁੰਦੀ ਹੈ ਨਾ, ਕਈ ਵਾਰੀ ਉਹ ਅੱਖਾਂ ਚੋਂ ਆ ਜਾਂਦੀਆਂ ਨੇ, ਉਹ 'ਚ ਦਿੰਦੇ ਹੀ ਕੁਛ ਨਹੀਂ। ਆਪਾਂ ਕਾਰ ਚਲਾਉਂਦੇ ਨਾ, ਆਪਣਾ ਤਜਰਬਾ ਤੇਜ਼ ਰੌਸ਼ਨੀ ਦੇ ਵਿੱਚ ਆਪਣੀਆਂ ਸੜਕ ਵੀ ਨਹੀਂ ਦਿੰਦੀ, ਕਈ ਵਾਰੀ ਐਕਸੀਡੈਂਟ ਹੋ ਜਾਂਦਾ। ਪਰ ਇਹ ਜਿਹੜਾ ਗਿਆਨ ਹੈ, ਰੱਬੀ ਗਿਆਨ ਹੈ, ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਭਗਤੀ ਭਾਏ ਬਹੂਣਿਆ, ਜਿਨ੍ਹਾਂ ਕੋਲ ਪ੍ਰੇਮਾ ਭਗਤੀ ਨਹੀਂ, ਪ੍ਰੇਮਾ ਭਗਤੀ ਤੋਂ ਸਖਣੇ ਨੇ, ਮੂੰਹ ਕਾਲਾ ਪਤ ਖੋਏ। ਉਹਨਾਂ ਦਾ ਮੂੰਹ ਕਾਲਾ ਹੁੰਦਾ। ਸਾਧ ਸੰਗਤ ਜੀ, ਪਹਿਲਾਂ ਨਾ ਅਸੀਂ ਜਦੋਂ ਛੋਟੇ ਹੁੰਦੇ ਸੀ, ਮੇਲਿਆਂ ਦੇ ਵਿੱਚ ਜਦੋਂ ਕੋਈ ਪੁੱਠਾ ਕੰਮ ਕਰਦਾ ਸੀ ਤਾਂ ਉਹ ਲੋਕ ਫੜ ਕੇ ਨਾਲ ਤਾਂ ਉੱਤੇ ਛੱਤਰ ਫੇਰਦੇ ਸੀ, ਫਿਰ ਉਹਦਾ ਮੂੰਹ ਕਾਲਾ ਕਰਕੇ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਉਹਨੂੰ ਮੇਲੇ 'ਚ ਘੁਮਾਉਂਦੇ ਸੀ। ਭਾਵ ਮੂੰਹ ਕਾਲਾ ਕਰਨਾ ਕਿਸੇ ਦੀ ਬੇਇੱਜ਼ਤੀ ਕਰਨਾ ਹੁੰਦਾ ਜੀ। ਦੇਖੋ ਮਹਾਰਾਜ ਨੇ ਕਹਿਤਾ, ਹੁਣ ਸਤਿਗੁਰੂ ਕਿਰਪਾ ਕਰਨ ਸਾਨੂੰ ਪ੍ਰੇਮਾ ਭਗਤੀ ਬਖਸ਼ ਦੇਣ, ਕਿਤੇ ਮੂੰਹ ਕਾਲਾ ਨਾ ਹੋ ਜੇ, ਕਿਤੇ ਇੱਜ਼ਤ ਤੋਂ ਬਗੈਰ ਨਾ ਚਲੇ ਜਾਈਏ। ਸਤਿਗੁਰੂ ਕਹਿੰਦਾ ਸੋ ਬੋਲਿਆ ਪ੍ਰਵਾਨ, ਜਿਤ ਬੋਲਿਆ ਪਤ ਹੋਏ। ਆਸਾ ਦੀ ਵਾਰ ਦੀ ਪੰਕਤੀ ਹੈ, ਬਿਸਰ ਗਈ ਜੀ। ਤੇ ਉਹ ਕਹਿੰਦੇ ਵੀ ਅਸਲ ਦੇ ਵਿੱਚ ਉਹੀ ਬੋਲਿਆ ਪ੍ਰਵਾਨ ਹੈ ਜਿਹਦੇ ਨਾਲ ਇੱਜ਼ਤ ਹੁੰਦੀ ਹੈ। ਉਹ ਬੋਲਿਆ ਕੀ ਆ? ਉਹ ਬੋਲਿਆ ਵਾਹਿਗੁਰੂ 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 ਵਾਹਿਗੁਰੂ। ਜਦੋਂ ਉਹਦੇ ਗੁਣਾਂ ਨੂੰ ਯਾਦ ਕਰਕੇ, ਦਾਤਿਆ ਜੇ ਤੂੰ ਮੈਨੂੰ ਆਹ ਗੁਣ ਨਾ ਦਿੰਦਾ, ਜੇ ਤੂੰ ਮੈਨੂੰ ਐਜੂਕੇਸ਼ਨ ਨਾ ਦਿੰਦਾ, ਜੇ ਤੂੰ ਮੈਨੂੰ ਐਡਾ ਵੱਡਾ ਮਹਿਲ ਵਰਗਾ ਘਰ ਨਾ ਦਿੰਦਾ, ਸਤਿਗੁਰੂ ਮੇਰਾ ਕੀ ਬਣਨਾ ਸੀ? ਮੈਨੂੰ ਤਾਂ ਰਜਾਈ 'ਚ ਵੀ ਠੰਡ ਲੱਗੀ ਜਾਂਦੀ ਹੈ, ਜੇ ਕਿਤੇ ਫਿਰ ਮੈਨੂੰ ਪੁੜ 'ਤੇ ਸੌਣਾ ਪੈ ਜਾਂਦਾ, ਫਿਰ ਮੇਰਾ ਕੀ ਬਣਦਾ? ਮਹਾਰਾਜ ਤੇਰੀ ਕਿੰਨੀ ਕਿਰਪਾ ਹੈ। ਠੰਡ ਦੇ ਦੁੱਖ ਤੋਂ ਤੁਸੀਂ ਮੈਨੂੰ ਬਚਾਇਆ, ਹੀਟਰ ਬਖਸ਼ਿਆ, ਫਿਰ ਗਰਮੀ ਦੇ ਦੁੱਖ ਤੋਂ ਤੂੰ ਬਚਾਇਆ, AC ਲੱਗੇ ਹੋਏ ਨੇ। ਉਹਦੇ ਗੁਣਾਂ ਨੂੰ ਯਾਦ ਕਰਕੇ ਜਦੋਂ ਆਪਾਂ ਫਿਰ ਕਰਾਂਗੇ, ਫਿਰ ਅੰਦਰ ਪ੍ਰੇਮ ਪੈਦਾ ਹੋਏਗਾ, ਪ੍ਰੇਮ ਫਿਰ ਪੈਦਾ ਹੋਏਗਾ। ਜਿਨੇ ਨਾਮ ਵਸਾਰਿਆ ਆਵਗੁਣ ਮੁੱਠੀ ਰੋਏ। ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ, ਜਿਹੜੇ ਕਹਿੰਦੇ ਰੱਬ ਕੋਈ ਨਹੀਂ ਹੈਗਾ, ਜਿਹੜੇ ਕਹਿੰਦੇ ਤੁਸੀਂ ਤਾਂ ਕਮਲੇ ਹੋ, ਜਿਹੜੇ ਨਾਮ ਜਪੀ ਜਾਂਦੇ ਹੋ, ਰੱਬ ਹੈ ਨਹੀਂ ਕੋਈ। ਜਿਨ੍ਹਾਂ ਨੇ ਨਾਮ ਨੂੰ ਭੁਲਾਏ ਦਿੱਤਾ ਹੈ ਨਾ, ਉਹ ਤਾਂ ਔਗਣਾ ਦੇ ਠੱਗੇ ਹੋਏ ਨੇ। ਚਾਹੇ ਕਿਸੇ ਨੇ ਧਾਰਮਿਕ ਲਿਬਾਸ ਵੀ ਪਾਇਆ ਹੋਇਆ। ਸਾਧ ਸੰਗਤ ਜੀਓ, ਸਿਮਰਨ ਤੋਂ ਬਗੈਰ ਤਾਂ ਇਹ ਬਕਾਰ ਭਾਰੂ ਪੈ ਜਾਂਦੇ ਨੇ। ਕਿਸੇ ਤੇ ਕਾਮ ਹਾਵੀ ਹੁੰਦਾ, ਕਿਸੇ ਤੇ ਕ੍ਰੋਧ ਹਾਵੀ ਹੁੰਦਾ, ਕਿਸੇ ਤੇ ਲੋਭ ਭਾਰੂ ਪੈ ਜਾਂਦਾ, ਕਿਸੇ ਤੇ ਮੋਹ ਬਹੁਤ ਜ਼ਿਆਦਾ ਜਿਹੜਾ ਹੈ ਜ਼ੋਰ ਪਾਉਂਦਾ, ਕਿਸੇ ਤੇ ਹੰਕਾਰ ਜ਼ੋਰ ਪਾਉਂਦਾ। ਇੱਕ ਸਿਮਰਨ ਐਸੀ ਚੀਜ਼ ਹੈ, ਫਿਰ ਜਿਹੜਾ ਸਿਮਰਨ ਕਰਕੇ ਵੀ ਇਹ ਨਹੀਂ ਕਹਿਣਾ ਕਿ ਮੈਂ ਕੀਤਾ, ਮੇਰੇ ਸਤਿਗੁਰੂ ਤੇਰਾ ਕਿੰਨਾ ਸ਼ੁਕਰ ਹੈ। ਮਹਾਰਾਜ ਮੇਰਾ ਪਰਿਵਾਰ ਸੁੱਤਾ ਪਿਆ, ਤੂੰ ਮੈਨੂੰ ਚੁਣਿਆ ਮੇਰੇ ਪ੍ਰੀਤਮਾ ਆਪਣੀ ਗੋਦ 'ਚ ਬੈਠਣ ਵਾਸਤੇ, ਤੇਰੀ ਕਿੰਨੀ ਕਿਰਪਾ ਹੈ ਮੇਰੇ ਪ੍ਰੀਤਮਾ। ਕਿਉਂਕਿ ਮੈਂ ਲਿਬੜਿਆ ਹੋਇਆ, ਲਿਬੜੇ ਹੋਏ ਬੱਚੇ ਨੂੰ ਮਾਂ ਚੁੱਕਦੀ ਹੈ, ਮਾਂ ਨਵਾਉਂਦੀ ਹੈ, ਧਮਾਉਂਦੀ ਹੈ, ਅੱਖਾਂ 'ਚ ਸੁਰਮਾ ਪਾਉਂਦੀ ਹੈ, ਬਾਲਾਂ ਨੂੰ ਕੰਘੀ ਕਰਦੀ ਹੈ, ਵਧੀਆ ਧੋਤੇ ਕੱਪੜੇ ਪਾਉਂਦੀ ਹੈ, ਫਿਰ ਉਹਨੂੰ ਗੋਦ 'ਚ ਬਿਠਾਉਂਦੀ ਹੈ। ਫਿਰ ਉਹਨੂੰ ਇਹ ਨਹੀਂ ਕਹਿੰਦੀ ਕਿ ਤੂੰ ਆਪ ਦੁੱਧ ਚੁੰਗ, ਨਹੀਂ, ਆਪਣਾ ਥਾਣ ਫੜ ਕੇ ਉਹਦੇ ਮੂੰਹ 'ਚ ਪਾਉਂਦੀ ਹੈ। ਫਿਰ ਉਹਨੂੰ ਬਿਲਕੁਲ ਆਹ ਦੂਜੀ ਬਾਂਹ ਨਾਲ ਢਾਸਣਾ ਦਿੰਦੀ ਹੈ ਕਿ ਤੇਰੇ ਮੂੰਹ 'ਚੋਂ ਇਹ ਜਿਹੜਾ ਥਾਣ ਨਿਕਲ ਨਾ ਜਾਵੇ। ਤੂੰ ਹੈ ਗੁਰੂ, ਤੂੰ ਮੇਰੀ ਸੱਚੀ ਮਾਂ ਹੈ। ਇਹ ਜਿਹੜਾ ਅੰਮ੍ਰਿਤ ਰੂਪੀ ਨਾਮ ਰਸ ਮੈਨੂੰ ਦੇਣ ਵਾਸਤੇ ਇਹ ਬਾਣੀ ਰੂਪੀ ਥਾਣ ਮੇਰੇ ਮੂੰਹ 'ਚ ਪਾ ਰਿਹਾ ਹੈ, ਤੂੰ ਮੇਰੀ ਸੱਚੀ ਮਾਂ ਹੈ। ਮਹਾਰਾਜ ਤੂੰ ਮੈਨੂੰ ਜਗਾਇਆ, ਮੈਨੂੰ ਨਵਾਇਆ, ਮੈਨੂੰ ਧੁਆਇਆ, ਮੈਨੂੰ ਢਾਸਣਾ ਦੇ ਕੇ ਆਪ ਕਿਰਪਾ ਕਰਕੇ ਉਦਮ ਬਖਸ਼ ਕੇ, ਮਹਾਰਾਜ ਇਹ ਪਵਿੱਤਰ ਪਾਵਨ ਦਾਤ ਤੁਸੀਂ ਮੈਨੂੰ ਬਖਸ਼ ਰਹੇ ਹੋ। ਇਹ ਤੁਹਾਡੀ ਉਹੀ ਕਿਰਪਾ ਹੈ, ਇਹ ਨਿਤਨੇਮ ਦੀ ਦਾਤ ਬਖਸ਼ੀ ਹੈ ਸਤਿਗੁਰੂ, ਇਹ ਤੁਹਾਡੀ ਪ੍ਰਦਾਨ ਕੀਤੀ ਹੋਈ ਮੈਨੂੰ ਪ੍ਰਾਪਤ ਹੋ ਰਹੀ ਆ। ਜੇ ਤੁਸੀਂ ਇਹ ਨਾ ਦਿੰਦੇ ਸਤਿਗੁਰੂ, ਫਿਰ ਨਿਤਨੇਮ ਆਪਣਾ ਵੀ ਫਿਰ ਰਹਿ ਜਾਂਦਾ, ਮਿਸ ਹੋ ਜਾਂਦਾ। ਜਿੱਦੇ ਉਹ ਦਾਤ ਬਖਸ਼ਦੇ ਨੇ ਉਦੋਂ ਹੀ ਹੁੰਦਾ। ਆਪਾਂ ਰੋਜ਼ ਉਹਦਾ ਸ਼ੁਕਰਾਨਾ ਇਹ ਕਰੀਏ,
ਗੁਰਦੁਆਰੇ ਕਿਤੇ ਚੱਲ ਜਾਂਦੇ ਹਾਂ, ਸ਼ੁਕਰਾਨਾ ਕਰੀਏ ਮੇਰੇ ਦਾਤਿਆ ਕਿੰਨਾ ਤੂੰ ਬੇਅੰਤ ਹੈ। ਇਹ ਵੇਲਾ ਸੁਹਾਵੀ ਬਖਸ਼ੀ ਹੈ ਤੂੰ ਮੈਨੂੰ, ਇਸ ਭਾਗੀ ਘੜੀ ਬਖਸ਼ੀ ਹੈ ਸਤਿਗੁਰੂ। ਤੂੰ ਆਪਣੇ ਪਵਿੱਤਰ ਦਿਦਾਰੇ ਦੇ ਕੇ ਮੇਰੇ ਜਨਮਾਂ ਦੀ ਮੈਲ ਕੱਟਣ ਦੀ ਕੋਸ਼ਿਸ਼ ਕਰ ਰਹੇ ਹੋ, ਯਤਨ ਕਰ ਰਹੇ ਹੋ ਸਤਿਗੁਰੂ। ਬਸ ਕਿਰਪਾ ਕਰੋ ਸਤਿਗੁਰੂ, ਇਹ ਨੇਮ ਵੀ ਬਖਸ਼ ਦਿਓ ਅਤੇ ਨੇਮ ਦੇ ਵਿੱਚ ਪ੍ਰੇਮ ਵੀ ਭਰ ਦਿਓ। ਕੱਲਾ ਨੇਮ ਸੁੱਕਾ ਹੀ ਨਾ ਰਹਿ ਜੇ, ਕੱਲਾ ਸੁੱਕਾ ਨੇਮ ਨਾ ਰਹਿ ਜੇ। ਕਹਿੰਦੇ ਜਿਨ੍ਹਾਂ ਨੇ ਨਾਮ ਵਸਾਰਤਾ ਉਹ ਤਾਂ ਔਗਣਾਂ ਨੇ ਲੁੱਟੇ ਹੋਏ ਨੇ, ਠੱਗੇ ਹੋਏ ਨੇ, ਰੋਏ ਫਿਰ ਰੋਂਦੇ ਨੇ ਜਦੋਂ ਗੁਣ ਕੋਈ ਰਿਹਾ ਨਹੀਂ। ਹਰ ਵਿਸਰਤ ਤੇਰੇ ਗੁਣ ਗਲਿਆ, ਆਪਾਂ ਰੋਜ਼ ਪੜ੍ਹਦੇ ਹਾਂ। ਜਦੋਂ ਹਰੀ ਵਿਸਰ ਜਾਂਦਾ ਫਿਰ ਗੁਣ ਗਲ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਹਰੀ ਦੇ ਗੁਣਾਂ ਨੂੰ ਯਾਦ ਰੱਖਣਾ ਆਪਾਂ ਨੇ। ਦਾਤਿਆ ਤੂੰ ਕਿੱਡਾ ਦਿਆਲੂ ਆ, ਤੂੰ ਕਿੱਡਾ ਕਿਰਪਾਲੂ ਆ ਮਹਾਰਾਜ, ਤੇਰੀ ਕਿੰਨੀ ਦਇਆ ਸਤਿਗੁਰੂ। ਕੇਸਾਂ ਨੂੰ ਕੰਘਾ ਵੀ ਕਰਗੇ ਨਾ ਫਿਰ ਵੀ ਤਾਂ ਸ਼ੁਕਰਾਨਾ ਕਰਨਾ ਸਤਿਗੁਰੂ, ਮੇਰੇ ਕੇਸਾਂ ਨੂੰ ਕੰਘਾ ਬਖਸ਼ਿਆ, ਤੇਰਾ ਸ਼ੁਕਰਾਨਾ ਹੈ। ਦਾਤਿਆ ਦਇਆ ਕਰ, ਤੇਰੇ ਪ੍ਰੇਮ ਦਾ, ਤੇਰੀ ਬੰਦਗੀ ਦਾ ਕੰਘਾ ਮੇਰੇ ਮਨ 'ਤੇ ਵੀ ਫੇਰ ਦੇ। ਇਹ ਮੁਰਦਾ ਵਿਚਾਰ ਅੰਦਰੋਂ ਕੱਢ ਦੇ, ਜਿਵੇਂ ਮੇਰੇ ਕੇਸਾਂ 'ਚੋਂ ਮੁਰਦਾ ਕੇਸ ਕੱਢੇ ਨੇ। ਸਾਧ ਸੰਗਤ ਜੀ ਨਾ, ਇਹ ਆਪਣੇ ਗੁਰਮਤਿ ਦੇ ਮੁਤਾਬਕ ਸਿੱਖ ਆਪਣੇ ਕੇਸਾਂ ਨੂੰ ਵਾਲ ਨਹੀਂ ਕਹਿੰਦਾ, ਆਪਣੇ ਕੇਸਾਂ ਨੂੰ ਕੇਸ ਕਹਿੰਦਾ। ਸਿੱਖ ਦੇ ਕੇਸ ਹੁੰਦੇ ਨੇ, ਵਾਲ ਨਹੀਂ ਹੁੰਦੇ। ਵਾਲ ਤਾਂ ਦੂਜਿਆਂ ਦੇ ਹੁੰਦੇ ਨੇ, ਉਹ ਤਾਂ ਜਾਨਵਰਾਂ ਦੇ ਵੀ ਹੁੰਦੇ ਨੇ ਵਾਲ, ਤਾਂ ਸਿੱਖ ਦੇ ਕੇਸ ਹੁੰਦੇ ਨੇ। ਭਾਵ ਸਤਿਕਾਰਯੋਗ ਨਾਮ ਲੈਣਾ ਆਪਾਂ ਨੇ। ਸਿੱਖ ਛਕਦਾ ਹੈ, ਸਿੱਖ ਖਾਂਦਾ ਨਹੀਂ ਹੁੰਦਾ। ਸਿੱਖ ਦੇ ਮੁੰਡਾ ਨਹੀਂ ਹੁੰਦਾ, ਸਿੱਖ ਦੇ ਭੁਜੰਗੀ ਹੁੰਦਾ। ਮੁੰਡਾ ਤਾਂ ਉਹ ਹੁੰਦਾ ਜਿਹਦਾ ਸਿਰ ਮੁੰਨਿਆ ਹੁੰਦਾ। ਆਪਾਂ ਆਪਣੇ ਮੁੰਡੇ ਨੂੰ ਮੁੰਡਾ ਨਹੀਂ, ਆਪਾਂ ਤਾਂ ਭੁਜੰਗੀ ਕਹਿਣਾ, ਸਿੰਘ ਕਹਿਣਾ। ਮੁੰਡਾ ਤਾਂ ਉਹ ਹੁੰਦਾ ਜਿਹਦਾ ਮੁੰਡਣ ਕੀਤਾ ਹੁੰਦਾ। ਸ਼ਾਇਦ ਅਸੀਂ ਮੁੰਡਾ ਮੁੰਡਾ ਕਹਿੰਦੇ ਇਸੇ ਕਰਕੇ ਸਾਡੇ ਜਵਾਕਾਂ ਨੇ ਸਿਰ ਮਨਾਤੇ, ਇਹ ਵੀ ਸ਼ਾਇਦ ਉਹ ਕਾਰਨ ਹੋ ਸਕਦਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਭਾਈ ਫਿਰ ਉਹ ਰੋਂਦੇ ਨੇ, ਗੁਣ ਖਤਮ ਹੋ ਜਾਂਦੇ ਨੇ ਉਹਨਾਂ ਦੇ। ਅੱਗੇ ਸਤਿਗੁਰੂ ਕਹਿੰਦੇ ਖੋਜਤ ਖੋਜਤ ਪਾਇਆ, ਡਰ ਕਰ ਮਿਲੈ ਮਿਲਾਏ, ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਊਜਲੇ, ਜੋ ਰਾਤੇ ਹਰ ਨਾਏ। ਖੋਜਤ ਖੋਜਤ ਪਾਇਆ, ਕਹਿੰਦੇ ਇਹ ਵਿਚਾਰ ਕਰ ਕਰਕੇ, ਇਹ ਖੋਜ ਕੇ ਇਹ ਵਿਚਾਰ ਤੇ ਪਹੁੰਚਿਆ, ਇਸ ਸਿੱਟੇ ਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਰੱਬੀ ਡਰ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਰੱਬੀ ਡਰ ਪੈਦਾ ਕਰਕੇ, ਨਿਰਮਲ ਭਾਵ ਪੈਦਾ ਕਰਕੇ ਫਿਰ ਗੁਰੂ ਮਿਲਦਾ ਵੀ ਹੈ ਤੇ ਪਰਮਾਤਮਾ ਨੂੰ ਮਿਲਾਉਂਦਾ ਵੀ ਹੈ। ਜਦੋਂ ਕਿਸੇ ਜੀਵ ਦੇ ਅੰਦਰ ਹਾਏ ਜੇ ਮੈਂ ਆਹ ਕੰਮ ਕਰ ਲਿਆ ਮੇਰਾ ਗੁਰੂ ਰੁੱਸ ਜੂਗਾ, ਜੇ ਮੈਂ ਹਾਏ ਆਹ ਕੰਮ ਕਰ ਲਿਆ ਮੇਰਾ ਗੁਰੂ ਨਾਰਾਜ਼ ਹੋ ਜੂਗਾ। ਜਿਵੇਂ ਇੱਕ ਸਿੱਖ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੂੰ ਬੜਾ ਪਿਆਰ ਕਰਦੇ ਸੀ, ਬੁੱਕਲ 'ਚ ਲੈ ਲੈਂਦੇ ਸੀ, ਉਹ ਆਹ ਸਿਖਾ ਓਏ, ਹੈ ਨਾ, ਮੱਥਾ ਵੀ ਚੁੰਮ ਦਿੰਦੇ ਸੀ ਸਤਿਗੁਰੂ ਕਈ ਵਾਰੀ। ਉਹ ਇੱਕ ਦਿਨ ਸ਼ੀਸ਼ੇ 'ਚ ਨਾ ਦਮਾਲਾ ਸਜਾ ਰਿਹਾ, ਕੁਦਰਤੀ ਨਾ ਉਹਨੂੰ ਕੰਨ ਕੋਲੇ ਇੱਕ ਧੌਲਾ ਆਇਆ ਦਿਸ ਗਿਆ। ਉਹਦੇ ਮਨ 'ਚ ਦੇਖੋ ਪਤਾ ਨਹੀਂ ਹੁਣ ਗੁਰੂ ਦੀ ਮਾਇਆ ਕਿੰਨੀ ਪ੍ਰਬਲ ਹੈ। ਇਹ ਮਾਇਆ ਸਾਧ ਸੰਗਤ ਜੀ ਇੰਨੀ ਪ੍ਰਬਲ ਹੈ ਨਾ, ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਸਾਨੂੰ ਠੱਗ ਕੇ ਕਦੋਂ ਲੈ ਜਾਂਦੀ ਹੈ, ਬਿਲਕੁਲ ਨਹੀਂ ਪਤਾ ਲੱਗਣ ਦਿੰਦੀ। ਜਿਵੇਂ ਮਾਂ ਨਾ ਬੱਚੇ ਦੇ ਮੂੰਹ 'ਚੋਂ ਦੁੱਧ ਕਦੋਂ ਕੱਢ ਲੈਂਦੀ ਹੈ, ਆਪਣਾ ਕੰਮ ਧੰਦਾ ਉਹਨੂੰ ਐਸਾ ਪਰਚਾਉਂਦੀ ਹੈ, ਕੋਈ ਛੁਣਛਣਾ ਫੜਾਤਾ, ਕੋਈ ਕਾਰ ਫੜਾਤੀ, ਟੋਆਏ ਫੜਾਤਾ, ਹੈ ਨਾ, ਉਹਨੂੰ ਕੋਈ ਐਸੀਆਂ ਉਹਨੂੰ ਐਸਾ ਕਰਦੀ ਹੈ, ਜਾਂ ਉਹਨੂੰ ਨੀਂਦ 'ਚ ਸਮਾ ਦਿੰਦੀ ਹੈ, ਆਪਣਾ ਚੱਲ ਉਹਨੇ ਖੜਾ ਛਡਾ ਲੈਂਦੀ ਹੈ। ਇਹ ਗੁਰੂ ਵੀ ਨਾ ਕਈ ਵਾਰੀ ਮਾਇਆ ਦਾ ਐਸਾ ਛੁਣਕਣਾ ਜਾਂ ਫੜਾਉਂਦਾ ਸਾਡੇ ਹੱਥ 'ਚ ਸਿੱਖ ਦੇ, ਉਹ ਅਸੀਂ ਉਹ ਤੋਂ ਭੁੱਲ ਜਾਂਦੇ ਹਾਂ, ਵਿਸਰ ਜਾਂਦੇ ਹਾਂ। ਹੁਣ ਉਹਨੇ ਦੇਖਿਆ ਜਿਹੜਾ ਚਿੱਟਾ ਜਿਹਾ ਵਾਲ ਆ ਗਿਆ ਨਾ, ਕਿਤੇ ਗੁਰੂ ਮਹਾਰਾਜ ਕਿਤੇ ਵੀ ਐ ਨਾ ਕਹਿ ਯਾਰ ਇਹ ਤਾਂ ਬੁੱਢਾ ਹੀ ਹੋ ਗਿਆ, ਕਿਤੇ ਮੈਨੂੰ ਪਿਆਰ ਹੀ ਨਾ ਕਰਨ। ਉਹਨੇ ਉਂਗਲ 'ਤੇ ਭਲੇਟਿਆ, ਉਹ ਕੇਸ ਕੱਢ ਕੇ ਮਾਰਿਆ, ਚਿੱਟਾ ਕੇਸ। ਜਦੋਂ ਦਰਬਾਰ 'ਚ ਗਿਆ, ਗੁਰੂ ਇੱਧਰ ਮੂੰਹ ਕਰ ਲੈਣ, ਉਹ ਇੱਧਰ ਹੋਵੇ ਗੁਰੂ ਇੱਧਰ ਮੂੰਹ ਕਰ ਲੈਣ, ਉਹ ਅੱਗੋਂ ਹੋਵੇ ਅੱਗੋਂ ਮੂੰਹ, ਮਤਲਬ ਮਹਾਰਾਜ ਦੂਸਰੇ ਪਾਸੇ ਮੂੰਹ ਕਰ ਲੈਣ। ਉਹਦੀ ਭੁੱਬ ਨਿਕਲ ਗਈ। ਹੋਰ ਸਿੱਖਾਂ ਨੇ ਪੁੱਛਿਆ ਸਤਿਗੁਰੂ ਤੁਸੀਂ ਤਾਂ ਇਹਨੂੰ ਇੰਨਾ ਪਿਆਰ ਕਰਦੇ ਹੁੰਦੇ ਸੀ? ਉਹ ਕਹਿੰਦੇ ਭਾਈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮੈਨੂੰ ਰਹਿਤ ਪਿਆਰੀ ਆ, ਮੈਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਤੋਂ ਮੈਂ ਕੀ ਕਰਵਾਉਣਾ, ਮੈਨੂੰ ਤਾਂ ਰਹਿਤ ਪਿਆਰੀ ਆ। ਕਹਿੰਦੇ ਮਹਾਰਾਜ ਮੈਥੋਂ ਕਰਾਇਤ ਕੀ ਹੋ ਗਈ? ਕਹਿੰਦੇ ਬਾਲ ਨਹੀਂ ਪੱਟਿਆ, ਉਹ ਕੇਸ ਨਹੀਂ ਪੱਟਿਆ ਚਿੱਟਾ ਤੂੰ? ਉਹ ਤਾਂ ਹੀਰਾ ਸੀ, ਮੈਂ ਤੇਰੇ ਹੀਰੇ ਕਰਕੇ ਤੈਨੂੰ ਪਿਆਰ ਕਰਦਾ ਸੀ, ਬਦਕਿਸਮਤੀ ਨਾਲ ਅੱਜ ਤੇਰੇ ਨਿਗਾਹ ਪੈ ਗਿਆ। ਮੈਂ ਤਾਂ ਦੇਖਦਾ ਜੀ ਉਹ ਸਿੱਖਾ ਇਹ ਕਾਲਿਆਂ ਤੋਂ ਚਿੱਟੇ ਹੋਣ ਲੱਗ ਗਏ। ਹੁਣ ਅਕਾਲ ਪੁਰਖ ਕਿਰਪਾ ਕਰਨ ਤੇਰਾ ਮਨ ਵੀ ਉਜਲਾ ਹੋ ਜੇ, ਤੇਰਾ ਮਨ ਵੀ ਚਿੱਟਾ ਹੋ ਜੇ। ਪਰ ਅਸੀਂ ਤਾਂ ਡਾਈਆਂ ਲੱਭਦੇ ਫਿਰਦੇ ਹਾਂ, ਅਸੀਂ ਤਾਂ ਬਿਊਟੀ ਪਾਰਲਰਾਂ ਦਾ ਅਸਰਾ ਲੱਭੀ ਜਾਂਦੇ ਹਾਂ ਵੀ ਪਤਾ ਨਹੀਂ ਰੱਬ ਨੇ ਸਾਨੂੰ ਸੋਹਣੇ ਨਹੀਂ ਬਣਾਇਆ। ਉਹ ਜਿਹੜੀ ਬੀਬੀ ਪਤਾ ਨਹੀਂ 10ਵੀਂ ਫੇਲ ਹੈ, ਪਤਾ ਨਹੀਂ 8ਵੀਂ ਫੇਲ ਆ, ਉਹ ਸਾਨੂੰ ਸੋਹਣਾ ਬਣਾਊਗੀ। ਆਹ ਸਾਡੇ ਵਿਆਹ 'ਚ ਸਾਡੀ ਗੁਆਂਢਣ ਨੇ ਲਾ ਲਈ ਡਾਈ, ਐਡਾ ਤਪਲੇ ਵਰਗਾ ਮੂੰਹ ਹੋ ਗਿਆ, ਉਹ ਰਿਐਕਸ਼ਨ ਕਰ ਗਈ। ਮੈਂ ਪੁੱਛਿਆ ਬੀਬੀ ਕੀ ਹੋ ਗਿਆ? ਕਹਿੰਦੀ ਭਰਿੰਡਾਂ ਲੜ ਗਈਆਂ। ਮੈਂ ਕਿਹਾ ਭਰਿੰਡਾਂ ਤਾਂ ਨਹੀਂ ਲੜੀਆਂ, ਤਾਂ ਕੋਈ ਹੋਰ ਭਰਿੰਡ ਲੜੀ ਆ।
ਵੀ ਦੱਸ ਕਿਸੇ ਦੇ ਵਿਆਹ, ਕਿਸੇ ਦੇ ਲੈਣਾ, ਕਿਸੇ ਦੇ ਦੇਣਾ, ਬੂਥਾ ਆਪਣਾ ਸਜਾ ਕੇ ਬੈਠੇ। ਇਹੀ ਵੀ ਹੁੰਦਾ ਕਈ ਵਾਰੀ, ਕੋਈ ਜ਼ਰੂਰੀ ਨਹੀਂ ਵੀ ਕੋਈ ਬੁੜੀ ਨਾ ਕਹਿ ਦੇ। ਬੁੜਾ ਕੋਈ ਗਾਲ ਥੋੜ੍ਹਾ ਹੈ, ਬੁੜਾ ਤਾਂ ਸਤਿਕਾਰਯੋਗ ਸ਼ਬਦ ਹੈ, ਬਜ਼ੁਰਗ ਦਾ ਸ਼ਬਦ ਸਤਿਕਾਰਯੋਗ ਸ਼ਬਦ ਹੈ। ਚਲੋ ਖੈਰ, ਮਹਾਰਾਜ ਜੀ ਕਹਿੰਦੇ ਵੀ ਜੇ ਹਿਰਦੇ ਦੇ ਵਿੱਚ ਉਹਦਾ ਪ੍ਰੇਮ ਪੈਦਾ ਹੋ ਜਾਏ, ਨਿਰਮਲ ਭਾਵ ਪੈਦਾ ਹੋ ਜਾਏ, ਫਿਰ ਗੁਰੂ ਮਿਲਦਾ ਤੇ ਪ੍ਰਮਾਤਮਾ ਨਾਲ ਮਿਲਾ ਦਿੰਦਾ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਜੇ ਆਪਣੇ ਆਪ ਨੂੰ ਪਛਾਣ ਲਈਏ। ਸਾਧ ਸੰਗਤ ਜੀ, ਹੁਣ ਤੁਸੀਂ ਮੈਨੂੰ ਪੁੱਛੋਗੇ ਤੂੰ ਕੌਣ ਹੈ? ਮੈਂ ਕਹਿ ਦੂੰਗਾ ਜੀ ਮੈਂ ਫਲਾਣਾ ਸਿੰਘ ਹਾਂ। ਨਹੀਂ, ਫਲਾਣਾ ਸਿੰਘ ਤਾਂ ਮੇਰੇ ਸਰੀਰ ਦਾ ਨਾਂ ਹੈ। ਪਿਛਲੇ ਜਨਮ 'ਚ ਹੋ ਸਕਦਾ ਮੇਰਾ ਫਲਾਣਾ ਕੌਰ ਹੋਵੇ, ਉਸ ਤੋਂ ਅਗਲੇ ਜਨਮ 'ਚ ਹੋ ਸਕਦਾ ਕੋਈ ਘੋੜਾ, ਗਧਾ, ਕੋਈ ਹੋਰ ਨਾਂ ਹੋਵੇ ਮੇਰੇ ਸਰੀਰ ਦਾ। ਆ ਤਾਂ ਮੈਂ ਹੈ ਨਹੀਂਗਾ। ਇਹ ਤਾਂ ਜਦੋਂ ਮੈਂ ਮਰ ਗਿਆ ਫਿਰ ਆਖਣਗੇ ਜੀ ਫਲਾਣਾ ਸਿੰਘ ਤਾਂ ਮਰ ਗਿਆ। ਉਹ ਤਾਂ ਕੁਛ ਹੋਰ ਹੈ। ਜਿਵੇਂ ਆਪਣੇ ਰੇਲਵੇ ਸਟੇਸ਼ਨ 'ਤੇ ਨਾ ਕੋਈ ਬੰਦਾ ਖੜਾ ਹੋਵੇ, ਬੈਗ ਪਾਇਆ ਹੋਵੇ, ਉਹਨੇ ਢਾਠੀ ਢੂਠੀ ਬੰਨੀ ਹੋਵੇ, ਉਹਨੂੰ ਪੁੱਛੋ ਵੀਰ ਜੀ ਤੁਸੀਂ ਕਿੱਥੋਂ ਆਏ ਹੋ? ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ। ਤੁਸੀਂ ਜਾਣਾ ਕਿੱਥੇ ਹੈ? ਮੈਨੂੰ ਇਹ ਵੀ ਨਹੀਂ ਪਤਾ। ਵੀਰ ਜੀ ਤੁਹਾਡਾ ਨਾਂ ਕੀ ਹੈ? ਜੀ ਮੈਨੂੰ ਤਾਂ ਪਤਾ ਨਹੀਂ। ਆਪਾਂ ਆਖਾਂਗੇ ਯਾਰ ਕਿੱਥੇ ਮੂਰਖ ਖੜਾ ਹੈ ਨਾ। ਉਹ ਬੰਦਾ ਉਹ ਨਹੀਂ, ਉਹ ਆਪਾਂ ਸਾਰੇ ਹਾਂ। ਆਪਾਂ ਹੁਣ ਨਾ ਇੱਕ ਸਟੇਸ਼ਨ ਪਲੇਟਫਾਰਮ 'ਤੇ ਖੜ੍ਹੇ ਹਾਂ। ਆਪਾਂ ਨੂੰ ਜੇ ਕੋਈ ਪੁੱਛੇ ਤੂੰ ਕੌਣ ਹੈ, ਅਸੀਂ ਆਖਾਂਗੇ ਜੀ ਮੈਂ ਫਲਾਣਾ ਸਿੰਘ ਹਾਂ ਜਾਂ ਮੈਂ ਫਲਾਣੀ ਕੌਰ ਹਾਂ। ਉਹ ਤਾਂ ਸਾਡੀਆਂ ਪੰਜ ਭੂਤਕ ਸਰੀਰ ਦਾ ਨਾਂ ਹੈ। ਅਸੀਂ ਕੌਣ? ਉਹ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕੌਣ ਹਾਂ। ਭਾਈ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਹੀ ਕਿਹਾ ਸੀ ਨਾ, ਮਹਾਰਾਜ ਮੈਂ ਹੁਣ ਮਰਨ ਲੱਗਿਆ, ਤੁਸੀਂ ਆ ਗਏ, ਤੁਹਾਡਾ ਧੰਨਵਾਦ, ਮੈਨੂੰ ਜਾਂਦੇ ਜਾਂਦੇ ਬਰਮ ਗਿਆਨ ਤਾਂ ਕਰਾ ਦਿਓ। ਰਾਏ ਬੁਲਾਰ ਤੂੰ ਹੈ ਕੌਣ? ਕਹਿੰਦਾ ਮੈਂ ਭੱਟੀਆਂ ਰਾਜਾ ਮੈਂ। ਕਹਿੰਦੇ ਨਾ, ਇਹ ਤਾਂ ਤੇਰਾ ਸਰੀਰ ਹੈ। ਮਹਾਰਾਜ ਮੈਂ ਮਾਨਾ। ਕਹਿੰਦੇ ਨਾ, ਮਨ ਤਾਂ ਤੂੰ ਹੈ ਨਹੀਂ। ਜਦੋਂ ਕੀਤਾ ਫਿਰ ਉਹਨੂੰ ਕਿਹਾ ਨਹੀਂ, ਮਨ ਤੂੰ ਜੋਤ ਸਰੂਪ ਹੈ, ਤੂੰ ਤਾਂ ਜੋਤ ਸਰੂਪ ਆਪ ਖੁਦ ਹੈ। ਮਹਾਰਾਜ ਨੇ ਪਰਦਾ ਚੱਕਿਆ, ਉਹਨੂੰ ਨਾਲ ਦੀ ਨਾਲ ਦਿਸ ਗਿਆ ਅੰਦਰੋਂ। ਸਤਿਗੁਰੂ ਨੇ ਸਭ ਕੁਛ ਨਹੀਂ ਕਰਨਾ, ਉਹਨੇ ਗਿਆਨ ਦਾ ਨਾ ਸੁਰਮਾ ਸਾਡੀਆਂ ਅੱਖਾਂ 'ਚ ਪਾ ਦੇਣਾ। ਫਿਰ ਕੀ ਹੋਊਗਾ? ਬ੍ਰਹਮ ਦੀਸੈ ਬ੍ਰਹਮ ਸੁਣੀਆਂ, ਏਕ ਬਿਨਾ ਨਹਿ ਜਾਣੀਆਂ। ਫਿਰ ਸਾਨੂੰ ਇਹ ਨਹੀਂ ਆਊਗਾ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੇ ਘਰ ਦਾ ਹੈ, ਇਹ ਬਗਾਨਾ ਹੈ। ਫਿਰ ਅਸੀਂ ਕਿਹਦੇ ਵਾਸਤੇ ਰਿਸ਼ਵਤ ਲਵਾਂਗੇ? ਅਸੀਂ ਕਿਹਦੇ ਵਾਸਤੇ ਝੂਠ ਬੋਲਾਂਗੇ? ਕਿਹਦੇ ਵਾਸਤੇ ਅਸੀਂ ਬੇਈਮਾਨੀ ਕਰਾਂਗੇ? ਜਦੋਂ ਉਹ ਘਰ ਦੇ ਵੀ ਆਪਣੇ ਲੱਗਣ ਲੱਗੇ, ਆਪਣੇ ਵੀ ਬਗਾਨੇ ਲੱਗਣ ਲੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸੰਿਆਸਾ, ਬਾਂਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇੰਨਾ ਉਦਾਸ ਹੋ ਜਾਣਾ। ਇਹ ਘਰ ਨੂੰ ਵੀ ਆਪਦਾ ਨਹੀਂ ਸਮਝਣਾ। ਬੇਸ਼ੱਕ ਅਸੀਂ ਆਪ ਸੀਮੈਂਟ ਖਰੀਦਿਆ, ਆਪ ਇੱਟਾਂ ਖਰੀਦੀਆਂ ਨੇ, ਨਹੀਂ ਪਰਮਾਤਮਾ ਤੈਂ ਦਿੱਤਾ, ਪਤਾ ਨਹੀਂ ਮੈਂ ਕਿੱਦੇ ਨੂੰ ਗੁੱਡ ਬਾਏ ਕਹਿ ਕੇ ਲੰਘ ਜਾਣਾ, ਉਹਦੇ ਲੰਘ ਜਾਣਾ ਫਿਰ ਮੈਂ। ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਪਛਾਣ, ਤੂੰ ਹੈ ਕੌਣ? ਤੂੰ ਬ੍ਰਹਮੀ ਹੈ। ਤੂੰ ਬਸ ਇੰਨਾ ਹੈ ਵੀ ਬ੍ਰਹਮ ਦੇ ਵਿੱਚ ਅਭੇਦ ਹੋਣਾ ਹੈ। ਤੂੰ ਸਮੁੰਦਰ ਦੇ ਹੀ ਪਾਣੀ ਕੁੱਜੇ 'ਚ ਹੈ। ਬਸ ਜਿੰਨੀ ਦੇਰ ਨਾ ਤੂੰ ਦੇਖੋ, ਸਮੁੰਦਰ ਦਾ ਪਾਣੀ ਭਾਫ ਬਣ ਕੇ ਪਹਾੜਾਂ 'ਤੇ ਵਰਸਦਾ, ਉੱਥੇ ਬਰਫ਼ ਬਣ ਜਾਂਦਾ। ਬਰਫ਼ ਕੀ ਹੈ? ਤਾਂ ਸਮੁੰਦਰ ਦਾ ਪਾਣੀ ਹੋ ਹੈ ਨਾ। ਉਹ ਉੱਥੇ ਬਰਫ਼ ਕੋਈ ਉਹ ਮਿੱਟੀ ਨੇ ਤਾਂ ਨਹੀਂ ਪੈਦਾ ਕੀਤੀ, ਹੈ ਤਾਂ ਉਹੀ ਸਮੁੰਦਰ ਦਾ ਪਾਣੀ। ਉੱਥੇ ਉਹਦਾ ਨਾਮ ਬਰਫ਼ ਹੈ। ਜਦੋਂ ਰਾਹ 'ਚ ਆਉਂਦਾ ਉਹ ਨਦੀ ਹੈ ਜੀ, ਇਹ ਗੰਗਾ ਹੈ, ਇਹ ਜਮਨਾ ਹੈ, ਇਹ ਸਤਲੁਜ ਹੈ, ਇਹ ਚਨਾਹ ਹੈ। ਰਾਹ 'ਚ ਉਹਦਾ ਨਾਮ ਇਹ ਹੁੰਦਾ। ਪਰ ਜਦੋਂ ਸਮੁੰਦਰ 'ਚ ਜਾ ਕੇ ਮਿਲ ਗਿਆ, ਉਹਦਾ ਨਾਮ ਫੇਰ ਸਮੁੰਦਰ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਅਸੀਂ ਹਾਂ ਤਾਂ ਬ੍ਰਹਮੇ, ਪਰ ਅਸੀਂ ਨਾ ਅਜੇ ਯਾਤਰਾ 'ਚ ਹਾਂ। ਕਦੀ ਬਰਫ਼ ਹੈ, ਫਿਰ ਬਰਫ਼ ਤੋਂ ਪਾਣੀ ਬਣਾਂਗੇ, ਫਿਰ ਪਾਣੀ ਸਾਰਾ ਇਕੱਠਾ ਹੋ ਕੇ ਧਰਮ ਦੇ ਮਾਰਗ 'ਤੇ ਚੱਲਾਂਗੇ, ਪ੍ਰੀਤਮ ਦੇ ਦੇਸ਼ ਨੂੰ ਜਾਵਾਂਗੇ। ਫਿਰ ਜਦੋਂ ਪ੍ਰੀਤਮ ਨਾਲ ਮਿਲਾਪ ਹੋ ਗਿਆ, ਅਸੀਂ ਫਿਰ ਬ੍ਰਹਮ ਬਣ ਜਾਣਾ। ਬਸ ਆਹੀ ਗੱਲ ਹੈ। ਅਸੀਂ ਯਾਤਰਾ 'ਚ ਹੋਣ ਕਰਕੇ ਸਾਡਾ ਨਾਮ ਜੀਵ ਬਣ ਪੈ ਗਿਆ। ਜਿਵੇਂ ਉਹਦਾ ਨਾਂ ਪਾਣੀ ਦਾ ਨਾਂ ਬਰਫ਼ ਪੈ ਗਿਆ, ਜਾਂ ਗੰਗਾ ਬਣ ਗਿਆ, ਜਾਂ ਇਹ ਗੰਧਲੀ ਗੰਗਾ ਜੀ, ਇਹ ਫਲਾਣੀ ਗੰਗਾ ਜੀ, ਜਾਂ ਇਹ ਸਤਲੁਜ ਹੈ ਜੀ। ਅਸੀਂ ਯਾਤਰਾ 'ਚ ਹੋਣ ਕਰਕੇ ਸਾਡਾ ਨਾਂ ਜੀਵ ਪੈ ਗਿਆ। ਹਾਂ ਤਾਂ ਅਸੀਂ ਬ੍ਰਹਮ। ਜਿੱਦੇ ਅਭੇਦ ਹੋ ਗਏ ਉਹਦੇ ਗੱਲ ਬਣ ਜਾਣੀਆਂ, ਸਮਝ ਲਓ। ਕਹਿੰਦੇ ਜੇ ਮਹਾਰਾਜ ਕਹਿੰਦੇ ਜੇ ਆਪਣੇ ਆਪ ਨੂੰ ਕੋਈ ਪਛਾਣ ਲਵੇ, ਫਿਰ ਉਹ ਆਪਣੇ ਨਿਜ ਘਰ 'ਚ ਵਸ ਜਾਂਦਾ, ਭਾਵ ਆਪਣੇ ਪਤੀ ਦੇ ਘਰ ਵਸਦਾ। ਹਉਮੈ ਤ੍ਰਿਸ਼ਨਾ ਜਾਏ, ਤੇ ਹਉਮੈ ਤੇ ਤ੍ਰਿਸ਼ਨਾ ਚਲੀ ਜਾਂਦੀ ਹੈ। ਫਿਰ ਹਉਮੈ ਤੇ ਤ੍ਰਿਸ਼ਨਾ ਚਲੀ ਜਾਂਦੀ ਹੈ, ਫਿਰ ਨਹੀਂ ਰਹਿੰਦੀ ਉੱਥੇ। ਸਾਧ ਸੰਗਤ ਜਦੋਂ ਆਪਾਂ ਉਹਦੇ ਵਿੱਚ ਅਭੇਦ ਹੋ ਗਏ, ਫਿਰ ਯਾਤਰਾ ਖਤਮ ਹੋ ਗਈ, ਫਿਰ ਅਸੀਂ ਉਹਦੇ ਵਿੱਚ ਜੁੜ ਗਏ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਹੇ ਨਾਨਕ, ਉਹ ਤਾਂ ਨਿਰਮਲ ਨੇ, ਉਹ ਤਾਂ ਉਜਲੇ ਮੁਖ ਵਾਲੇ ਨੇ, ਜੋ ਹਰੀ ਦੇ ਨਾਮ ਵਿੱਚ ਰੰਗੇ ਗਏ। ਸਾਧ ਸੰਗਤ ਜੀ, ਸਤਿਗੁਰੂ ਕਹਿੰਦਾ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਹੁਣ ਸਾਨੂੰ ਤਾਂ ਇਹ ਭੁਲੇਖਾ ਨਾ ਵੀ ਸਾਨੂੰ ਨਾਈ ਜਾਂ ਬਿਊਟੀ ਪਾਰਲਰ ਸੋਹਣੇ ਕਰੂਗਾ। ਹੁਣ ਆਪਾਂ ਗੁਰੂ ਤੋਂ ਪੁੱਛੀਏ, ਮਹਾਰਾਜ ਕੀ ਮੈਂ ਸੋਹਣਾ ਹੋ ਗਿਆ? ਨਹੀਂ। ਗੁਰੂ ਕੀ ਕੌਣ ਕਹਿੰਦੇ ਨੇ? ਸੇਈ ਸੁੰਦਰ ਸੋਹਣੇ
ਸਾਧ ਸੰਗ ਜਿਨ ਬਹਿਣੇ। ਅਸਲ 'ਚ ਉਹੀ ਸੋਹਣਾ ਹੈ, ਉਹੀ ਸੁੰਦਰ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਸਾਧ ਸੰਗਤ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਸਾਧ ਸੰਗਤ ਜੀ, ਜਿਵੇਂ ਇੱਕ ਕੰਮ ਹੈ ਆਪਾਂ ਉਹਨੂੰ ਇਕੱਲੇ ਕਰਦੇ ਹਾਂ, ਆਪਾਂ ਅੱਕ ਵੀ ਜਾਂਦੇ ਹਾਂ ਕਈ ਵਾਰੀ। ਜਦੋਂ ਉਸੇ ਕੰਮ ਨੂੰ ਆਪਾਂ 2 ਬੰਦੇ 4 ਬੰਦੇ 5 ਬੰਦੇ ਰਲ ਕੇ ਇਕੱਠੇ ਕਰਦੇ ਨਾ, ਆਪਾਂ ਅੱਕਦੇ ਵੀ ਨਹੀਂ ਹੈਗੇ ਅਤੇ ਉਹ ਕੰਮ ਵੀ ਸਖੈਨ ਹੋ ਜਾਂਦਾ। ਹੇਮਕੁੰਟ ਸਾਹਿਬ ਨੂੰ ਆਪਾਂ ਪੈਦਲ ਯਾਤਰਾ ਕਰ ਲਈ, ਇਕੱਲਾ ਬੰਦਾ ਤਾਂ ਇੱਕ ਪਹਾੜੀ ਚੜ੍ਹ ਕੇ ਸ਼ਾਇਦ ਲੱਤਾਂ ਥੱਕ ਜਾਣ। ਜਦੋਂ 5-4 ਜਾਂਦੇ ਹਾਂ, ਹਾਂ ਜੀ ਚਲੋ ਉਹ ਚੌਪਈ ਸਾਹਿਬ ਦੇ ਪਾਠ ਕਰੂ ਜੀ, ਚਲੋ ਮੂਲ ਮੰਤਰ ਦੇ ਪਾਠ ਕਰੂ ਜੀ, ਕੋਈ ਸਾਖੀ ਸੁਣਾਉਂਦਾ, ਕੋਈ ਹੋਰ ਸੁਣਾਉਂਦਾ, ਉਹ ਜੀ ਪਤਾ ਲੱਗਦਾ ਜਦੋਂ ਆਪਾਂ ਉੱਥੇ ਹੇਮਕੁੰਟ ਸਾਹਿਬ ਪਹੁੰਚ ਜਾਂਦੇ ਹਾਂ, ਕਿਉਂਕਿ ਸੰਗਤ ਰੂਪ 'ਚ ਜਾ ਰਹੇ ਹਾਂ, ਥੱਕਦੇ ਨਹੀਂ ਹੈਗੇ। ਸੰਗਤ ਨੇ ਇਹ ਦੱਸਦੇ ਨੇ ਵਿਦਵਾਨ, ਘਰੇ ਇੱਕ ਵਾਰੀ ਵਾਹਿਗੁਰੂ ਕਹਿੰਦੇ ਆ, ਇੱਕ ਵਾਰੀ ਵਾਹਿਗੁਰੂ ਹੁੰਦਾ, 2 ਜਣਿਆਂ 'ਚ ਰਲ ਕੇ ਵਾਹਿਗੁਰੂ ਕਹਿੰਦੇ 100 ਵਾਰੀ ਹੁੰਦਾ। ਜੇ ਆਪਾਂ ਸੰਗਤ ਦੇ ਵਿੱਚ ਵਾਹਿਗੁਰੂ ਕਹਿ ਦਿੰਦੇ ਹਾਂ ਅਤੇ ਇਹਦਾ ਤਾਂ ਕਹਿੰਦੇ ਹਜ਼ਾਰਾਂ ਗੁਣਾ ਵੱਧ ਫਲ ਮਿਲਦਾ, ਹਜ਼ਾਰਾਂ ਗੁਣਾ ਵੱਧ ਫਲ। ਕਿਉਂਕਿ ਮੇਰਾ ਬੋਲਿਆ ਹੋਇਆ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਕੰਨਾਂ 'ਚ ਟਕਰਾ ਕੇ ਉਹਦੀ ਜਦੋਂ ਰਿਫਲੈਕਸ਼ਨ ਦੁਬਾਰਾ ਮੇਰੇ ਤੱਕ ਵੇਵਜ਼ ਆਉਂਦੀ ਆ, ਉਹ ਦੇਖੋ ਕਿੰਨੇ ਗੁਣਾ ਹੋ ਕੇ ਉਹ ਹੋਊਗੀ। ਜੇ ਆਪਾਂ ਸਾਰੇ ਬੋਲ ਲੈਂਦੇ ਕਿਤੇ ਵਾਹਿਗੁਰੂ, ਆਪਾਂ ਨੂੰ ਸਾਰਿਆਂ ਨੂੰ ਉਨਾ ਹੀ ਫਲ ਵੱਧ ਮਿਲ ਜਾਂਦਾ। ਆਪਾਂ ਚੁੱਪ ਕਰੇ ਬੈਠੇ ਰਹੇ, ਉਹਦਾ ਫਰਕ ਪੈਂਦਾ ਉਸ ਚੀਜ਼ ਦਾ। ਹਾਲਾਂਕਿ ਜਿਹੜਾ ਸਰੋਤਾ ਹੈ ਉਸ ਦਾ ਮਹਾਤਮ ਵਕਤੇ ਨਾਲੋਂ ਕਿਤੇ ਵੱਧ ਹੈ, ਪਰ ਸਰੋਤਾ ਇਸ ਕਰਕੇ ਹੋ ਜਾਂਦਾ। ਕਈ ਵਾਰੀ ਭਾਈ ਜੀ ਕਹਿੰਦਾ ਫਲਾਣੇ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਆਪਾਂ ਚੁੱਪ ਕਰਕੇ ਖੜੇ ਹਾਂ। ਕਹਿ ਤਾਂ ਸਾਨੂੰ ਰਿਹਾ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਕਿੰਨੇ ਪਿਆਰ ਨਾਲ ਕਹਿ ਰਿਹਾ, ਅਸੀਂ ਆਰਾਮ ਨਾਲ ਖੜੇ ਹਾਂ। ਜੇ ਕਿਤੇ ਉਹਦੇ ਮਗਰ ਅਸੀਂ ਵਾਹਿਗੁਰੂ ਬੋਲ ਦਈਏ, ਸਾਨੂੰ ਕਿੰਨਾ ਮਹੱਤਵ ਮਿਲ ਜਾਣਾ। ਕੋਈ ਵਕਤ ਹੈ, ਕਥਾਕਾਰ ਹੈ, ਕੋਈ ਕੀਰਤਨੀਆਂ ਵਾਹਿਗੁਰੂ ਵਾਹਿਗੁਰੂ ਜਪਾਉਂਦਾ, ਆਪਾਂ ਨਾਲ ਜਪ ਲਈਏ, ਸਾਨੂੰ ਕਿੰਨਾ ਮਹੱਤਵ ਮਿਲ ਜਾਣਾ। ਅਸੀਂ ਮਤਲਬ ਗੁੰਨ ਬੱਟੇ ਬਣ ਕੇ ਬੈਠੇ ਰਹੀਏ, ਫਿਰ ਉਹ ਵਕਤੇ ਦਾ ਤਾਂ ਕੁਛ ਨਹੀਂ ਜਾਣਾ, ਘਾਟਾ ਸਾਨੂੰ ਰਹਿ ਜਾਣਾ, ਸਾਨੂੰ ਲਾਭ ਨਹੀਂ ਹੋਣਾ। ਗਰੀਬ ਨਵਾਜ਼ ਅੱਗੇ ਫਰਮਾਉਂਦੇ ਨੇ, ਸ਼੍ਰੀ ਰਾਗ ਮਹਿਲਾ ਪਹਿਲਾ, ਸੁਣ ਮਨ ਭੂਲੇ ਵਾਵਰੇ ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ, ਦੁਖ ਘਣੋ ਸੁਹਾਗਣੀ ਕਿਉਂ ਥਿਰ ਰਹਿ ਸੁਹਾਗ। ਹਾਂਜੀ, ਕਿਉਂ ਥਿਰ ਰਹਿ ਸੁਹਾਗ। ਹਾਂਜੀ, ਸਮਝਿਆ ਨਹੀਂ? ਅੱਛਾ, ਹਾਂ, ਦੁਹਾਗਣੀ। ਹਾਂਜੀ, ਗਰੀਬ ਨਵਾਜ਼ ਕਹਿੰਦੇ, ਇਹ ਮੇਰੇ ਭੁੱਲੇ ਹੋਏ ਮਨ, ਅਸੀਂ ਭੁੱਲਦੇ ਕੀ ਤੂੰ ਆ ਜੀ, ਅਸੀਂ ਗੁਰੂ ਨੂੰ ਭੁੱਲੇ ਹੋਏ ਹਾਂ, ਅਸੀਂ ਪਰਮੇਸ਼ਰ ਨੂੰ ਭੁੱਲੇ ਹੋਏ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਇਸੇ ਕਰਕੇ ਜਿਹੜੇ ਰੋਗ ਨੇ ਨਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਆਦਿ ਦਾ, ਵਿਆਧੀ ਦਾ, ਉਪਾਧੀ ਦਾ, ਸਾਰੇ ਰੋਗ ਸਾਨੂੰ ਲੱਗੇ ਹੋਏ ਨੇ, ਕਿਉਂਕਿ ਅਸੀਂ ਪਰਮੇਸ਼ਰ ਤੋਂ ਭੁੱਲ ਗਏ। ਆਹ ਰੋਗ ਨਹੀਂ ਕਿ ਜੀ ਲੱਤ ਦੁਖੂਗੀ ਸਾਡੀ ਜੇ ਅਸੀਂ ਪਰਮੇਸ਼ਰ ਨੂੰ ਭੁੱਲ ਗਏ, ਜਾਂ ਸਾਡਾ ਸਿਰ ਦੁਖੂਗਾ, ਇਹ ਰੋਗ ਨਹੀਂ, ਉਹ ਰੋਗ ਨੇ। ਇਹ ਰੋਗ ਤਾਂ ਅਸੀਂ ਕੋਈ ਦਵਾਈ ਖਾ ਲਈ ਠੀਕ ਹੋ ਜਾਵਾਂਗੇ। ਜਿਹੜੇ ਇਹ ਆਦਿ ਸਾਰਿਆਂ ਦੀ ਜੜ ਹੈ, ਆਦਿ ਦਾ ਰੋਗ ਭਾਵ ਵਿਛੋੜਾ। ਆਦਿ ਦਾ ਮੀਨਜ਼ ਹੁੰਦਾ ਵਿਛੋੜਾ, ਉਹ ਤੋਂ ਵਿਛੜੇ ਹੋਏ ਆ ਤਾਂ ਸਾਰੇ ਰੋਗ ਸਾਨੂੰ ਲੱਗੇ ਹੋਏ ਨੇ। ਉਹ ਮੇਰੇ ਭੁੱਲੇ ਹੋਏ ਮਨ, ਉਹ ਕਮਲੇ ਮਨ, ਤੂੰ ਗੁਰੂ ਦੀ ਚਰਨੀ ਲੱਗ ਜਾ। ਗੁਰੂ ਨੇ ਕੀ ਕਰਨਾ? ਗੁਰੂ ਨੇ ਤੈਨੂੰ ਭੁੱਲਣ ਨਹੀਂ ਦੇਣਾ, ਗੁਰੂ ਨੇ ਤੈਨੂੰ ਯਾਦ ਕਰਾਈ ਜਾਣਾ। ਜਿਵੇਂ ਨਾ ਮਾਂ ਸਿਆਣੀ ਹੁੰਦੀ ਆ, ਪੁੱਤ ਨੇ ਕਿਤੇ ਜਾਣਾ ਹੋਵੇ, ਪੜ੍ਹਦਾ ਹੋਵੇ ਕਿਤੇ ਦੇਸ਼ 'ਚ ਵਿਦੇਸ਼ 'ਚ, ਮਾਂ ਯਾਦ ਕਰਾਈ ਦਿਆ, ਪੁੱਤ ਉਹ ਕੱਛਾ ਪਾ ਲਿਆ, ਪੁੱਤ ਬਨੈਣ ਪਾ ਲਈ, ਪੁੱਤ ਜਰਾਬਾਂ ਨਾ ਭੁੱਲ ਜੀ। ਹਾਂ, ਬਾਪ ਵੀ ਕਹਿੰਦਾ, ਉਹ ਬੇਟਾ ਬਟੂਆ ਪਾ ਲਈ ਆਪਣਾ, ਉਹ ਪੈਸੇ ਸਾਂਭ ਕੇ ਪਾ ਲਈ, ਪੁੱਤ ਚੈੱਕ ਬੁੱਕ ਸਾਂਭ ਕੇ ਪਾ ਲਈ। ਗੁਰੂ ਸਾਨੂੰ ਨਾ ਐਂ ਯਾਦ ਕਰਾਈ ਜਾਂਦਾ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਕਈ ਵਾਰੀ ਤੁਹਾਡੇ 'ਤੇ ਵੀ ਬੜਭਾਗੀ ਘੜੀ ਆਈ ਹੋਏਗੀ, ਉਹ ਮੱਲੋ ਮੱਲੀ ਧੱਕੇ ਨਾਲੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਨਿਕਲ ਹੀ ਜਾਂਦਾ, ਧੱਕੇ ਨਾਲ ਹੀ ਨਿਕਲ ਹੀ ਜਾਂਦਾ, ਚਾਹੇ ਆਪਾਂ ਉਹ ਗੁਣਗਣਾਈ ਜਾਈਏ ਉਹਨੂੰ ਨਾ। ਕਹਿੰਦੇ ਹਰ ਜਪ ਨਾਮ ਤੇ ਆਏ ਤੂੰ, ਜੀਵ ਦੇ ਨਾਲ ਜਪਣਾ ਵਾਹਿਗੁਰੂ ਵਾਹਿਗੁਰੂ, ਨਾਮ ਤੇ ਆਏ ਤੂੰ। ਨਾਮ ਦੇ ਵਿੱਚ ਧਿਆਨ ਵੀ ਰੱਖਣਾ, ਫਿਰ ਕੱਲਾ ਜਪਣਾ ਨਹੀਂ, ਤੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ ਤੇ ਬਾਜ਼ਾਰ 'ਚ ਸਮੋਸੇ ਖਾ ਰਹੇ ਹਾਂ ਜਾਂ ਕੱਪੜੇ ਖਰੀਦ ਰਹੇ ਹਾਂ, ਉਹ ਨਹੀਂ। ਵਾਹਿਗੁਰੂ ਬੋਲਣਾ ਵੀ ਹੈ ਤੇ ਉਹਨੂੰ ਕੰਨਾਂ ਨਾਲ ਸੁਣ ਕੇ ਉਹਦੇ ਵਿੱਚ ਧਿਆਨ ਵੀ ਰੱਖਣਾ। ਫਿਰ ਕੀ ਹੋਏਗਾ? ਸਿੱਟਾ ਕੀ ਨਿਕਲੇਗਾ? ਜਮ ਡਰ ਪੈ ਦੁੱਖ ਭਾਗ, ਜਮ ਡਰ ਕੇ ਦੌੜ ਜਾਏਗਾ, ਦੁੱਖ ਤੇਰੇ ਕੋਲੋਂ ਜਿਹੜਾ ਹੈ ਉਹ ਵੀ ਭੱਜਣਗੇ। ਕੋਈ ਦੁੱਖ ਨਹੀਂ ਰਹੇਗਾ ਤੇਰੇ ਕੋਲੇ, ਨਾ ਸਰੀਰਕ ਦੁੱਖ, ਨਾ ਮਾਨਸਿਕ ਦੁੱਖ, ਨਾ ਜਿਹੜਾ ਹੈ ਸਮਾਜਿਕ ਦੁੱਖ, ਨਾ ਆਰਥਿਕ ਦੁੱਖ, ਨਾ ਪਰਮਾਰਥਿਕ ਦੁੱਖ, ਕਿਸੇ ਕਿਸਮ ਦਾ ਦੁੱਖ ਤੇਰੇ ਕੋਲ ਨਹੀਂ ਰਹੇਗਾ। ਸਾਰੇ ਦੁੱਖ ਖਤਮ ਹੋ ਜਾਣਗੇ। ਜਿਵੇਂ ਲਾਈਟ ਬਾਲਦਿਆਂ ਹਨੇਰੇ ਦਾ ਦੁੱਖ ਖਤਮ ਹੋ ਗਿਆ, ਠੋਕਰਾਂ ਵੱਜਣ ਦਾ ਦੁੱਖ ਖਤਮ ਹੋ ਗਿਆ, ਇੱਕ ਦੂਜੇ ਦੇ ਵਿੱਚ ਭਿੜਨ ਦਾ ਦੁੱਖ ਖਤਮ ਹੋ ਗਿਆ। ਲਾਈਟ ਇੱਕ ਵਾਲੀ, ਪ੍ਰਕਾਸ਼ ਇੱਕ ਹੋਇਆ, ਦੁੱਖ ਕਿੰਨੇ ਖਤਮ ਹੋ ਗਏ।
ਬਸ ਜਦੋਂ ਉਹ ਅਸੀਂ ਉਹਨੂੰ ਜਪਦੇ ਹਾਂ ਅਤੇ ਉਹਨੂੰ ਉਹਦੇ ਵਿੱਚ ਧਿਆਨ ਰੱਖਦੇ ਹਾਂ ਤਾਂ ਜਮਾਂ ਡਰ ਜਾਂਦੇ ਨੇ ਅਤੇ ਫਿਰ ਜਿਹੜਾ ਦੁੱਖ ਦੌੜ ਜਾਂਦਾ। ਦੁੱਖ ਘਣੋ ਦੁਹਾਗਣੀ, ਜਿਹੜੀ ਦੁਹਾਗਣੀ ਹੁੰਦੀ ਆ ਛੁੱਟੜ, ਉਹਨੂੰ ਕਹਿੰਦੇ ਬਹੁਤ ਸਾਰੇ ਦੁੱਖ ਹੁੰਦੇ ਨੇ ਕਿਉਂਕਿ ਵਿਛੋੜਾ। ਸਾਧ ਸੰਗਤ ਜੀ ਵਿਛੋੜਾ ਦਾ ਦੁੱਖ ਵੀ ਬਹੁਤ ਵੱਡਾ ਦੁੱਖ ਹੈ। ਬਾਬਾ ਜੀ ਕੀ ਕਹਿੰਦੇ ਨੇ, ਇੱਕ ਕਹਿੰਦੇ ਨੇ ਵੀ ਇਹ ਜਿਹੜਾ ਇੱਕ ਭੁੱਖ ਦਾ ਦੁੱਖ ਹੈ, ਇੱਕ ਜਿਹੜਾ ਹੈ ਰੋਗ ਦਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਨਾ ਸਾਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁੱਖਾਂ ਦੀ ਗਿਣਤੀ ਕੀਤੀ ਹੈ ਪਰ ਸਭ ਤੋਂ ਸ਼੍ਰੋਮਣੀ ਦੁੱਖ ਵਿਛੋੜੇ ਨੂੰ ਗਿਣਿਆ ਗਿਆ। ਕਈ ਵਾਰੀ ਨਾ ਮਾਂ ਦਾ ਪੁੱਤ ਵਿਛੜ ਜੇ, ਉਹ ਹੌਂਕੇ ਲੈਂਦੀ ਆ, ਹੌਂਕੇ ਲੈਂਦਿਆਂ ਲੈਂਦਿਆਂ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਨੇ। ਕਿਉਂ? ਵਿਛੋੜੇ ਚੋਂ ਕਈ ਭੈਣਾਂ ਨੂੰ ਕਹਿੰਦੇ ਸੁਣਿਆ ਬਈ ਵੀਰਾ ਜਿੱਦਾਂ ਦਾ ਨਾ ਮੇਰਾ ਵੀਰ ਚੜ੍ਹਾਈ ਕਰ ਗਿਆ, ਮੇਰੇ ਤਾਂ ਢਿੱਡ 'ਚ ਦੁੱਖ ਦੇ ਗੋਲੇ ਬਣ ਗਏ। ਹੌਂਕੇ ਲੈ ਲੈ ਕੇ ਗੋਲੇ ਬਣ ਗਏ ਢਿੱਡ ਦੁੱਖ 'ਚ, ਵਿਛੋੜੇ ਦਾ ਦੁੱਖ। ਹੁਣ ਜਿਹੜਾ ਐਡਾ ਸੁੱਖ ਦਾਤਾ ਹੈ ਸਾਡਾ, ਜਦੋਂ ਉਹ ਤੋਂ ਵਿਛੋੜਾ ਹੁੰਦਾ ਫਿਰ ਇਹ ਕਿੰਨਾ ਦੁੱਖ ਹੁੰਦਾ ਤਾਂ ਸਾਡੀ ਆਤਮਾ ਹੀ ਜਾਣਦੀ ਹੈ। ਪਰ ਇਹ ਮਾਇਆ ਦਾ ਉੱਤੇ ਪਰਦਾ ਪੈਣ ਕਰਕੇ ਨਾ ਅਸੀਂ ਉਹਦੀ ਗੱਲ ਹੀ ਨਹੀਂ ਸੁਣਦੇ ਆਤਮਾ ਦੀ। ਜਿਵੇਂ ਘਰੇ ਬਾਪੂ ਤੜਫੀ ਜਾਂਦਾ ਹੋਵੇ, ਪੁੱਤ ਨਾ ਉਹਦੇ ਕਮਰੇ 'ਚ ਨਹੀਂ ਜਾਂਦਾ ਹੈਗਾ ਵੀ ਜੇ ਕਿ ਦਵਾਈ ਦਵਾਉਣੀ ਪਊਗੀ, ਕਿੱਥੇ ਬੁੜਾ ਖੰਘੀ ਜਾਂਦਾ ਬੈਠਾ। ਇਸੇ ਤਰ੍ਹਾਂ ਅਸੀਂ ਆਤਮਾ ਨੂੰ ਕਹਿੰਦੇ ਐਵੇਂ ਖੰਘੀ ਜਾਂਦੀ ਆ, ਐਵੇਂ ਰੌਲਾ ਪਾਈ ਜਾਂਦੀ ਆ, ਕੁਛ ਨਹੀਂ ਹੁੰਦਾ ਯਾਰ, ਆਪਣੇ ਕੋਲੇ ਕਾਰ ਹੋਵੇ, ਵਧੀਆ ਕੋਠੀ ਹੋਵੇ, ਆਪਾਂ ਇਹਨਾਂ ਨੂੰ ਸੁੱਖ ਸਮਝ ਰਹੇ ਹਾਂ। ਮਹਾਰਾਜ ਕਹਿੰਦੇ ਦੁਹਾਗਣੀ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ। ਕਿਉਂ? ਥਿਰ ਰਹਿ ਸੁਹਾਗ, ਭਾਵ ਉਹਦਾ ਸੁਹਾਗ ਕਿਵੇਂ ਥਿਰ ਰਹੂਗਾ, ਕਿਵੇਂ ਕਾਇਮ ਰਹੂਗਾ, ਭਾਵ ਨਹੀਂ ਰਹਿੰਦਾ ਕਿਉਂਕਿ ਹੈ ਹੀ ਦੁਹਾਗਣੀ, ਔਗਣ ਭਰੀ ਹੈ, ਉਹਦੀ ਗੱਲ ਹੀ ਨਹੀਂ ਸੁਣਦੀ ਹੈ। ਦੁਹਾਗਣੀ ਕਦੋਂ ਹੁੰਦੀ ਹੈ ਜੀਵ ਆਤਮਾ? ਜਦੋਂ ਆਪਣੇ ਗੁਰੂ ਦੀ, ਪਰਮੇਸ਼ਰ ਦੀ ਗੱਲ ਹੀ ਨਾ ਸੁਣੇ। ਗੁਰੂ ਕਹਿੰਦੇ ਭਾਈ ਤੂੰ ਰਿਸ਼ਵਤ ਨਹੀਂ ਲੈਣੀ, ਰਿਸ਼ਵਤ ਲੈ ਰਿਹਾ। ਉਹ ਕਹਿੰਦੇ ਵੀ ਤੂੰ ਹੇਰਾ ਫੇਰੀ ਨਹੀਂ ਕਰਨੀ, ਹੇਰਾ ਫੇਰੀ ਕਰ ਰਿਹਾ। ਉਹ ਕਹਿੰਦਾ ਤੂੰ ਮਾੜੀ ਨਿਗਾਹ ਨਹੀਂ ਝਾਕਣੀ, ਫਿਰ ਮਾੜੀ ਨਿਗਾਹ ਦੇਖ ਰਿਹਾ। ਉਹ ਕਹਿੰਦਾ ਤੂੰ ਭਾਈ ਜਿਹੜਾ ਹੈ ਆਪਣਾ ਆਚਰਣ ਉੱਚਾ ਰੱਖਣਾ, ਆਚਰਣ ਉੱਚਾ ਨਹੀਂ ਰੱਖ ਰਿਹਾ, ਉਹਦੀ ਗੱਲ ਹੀ ਨਹੀਂ ਸੁਣ ਰਿਹਾ ਗੁਰੂ ਦੀ। ਫਿਰ ਉਹ ਕਹਿੰਦਾ ਜਾ ਮਿੱਤਰਾ ਤੂੰ ਹੁਣ ਫਿਰ ਆਪਦੀ ਮੌਜ ਕਰ, ਜਾ ਧੱਕੇ ਖਾ। ਫਿਰ ਜੀਵ ਧੱਕੇ ਖਾਈ ਜਾਂਦਾ। ਇੱਕ ਦੁੱਖ 'ਚੋਂ ਨਿਕਲਿਆ, ਦੂਜਾ ਦੁੱਖ ਫਿਰ ਮੂੰਹ ਅੱਡੀ ਖੜਾ, ਦੂਜੇ ਦੁੱਖ 'ਚੋਂ ਨਿਕਲਿਆ ਫਿਰ ਤੀਜਾ ਅੱਡੀ ਖੜਾ। ਦੁੱਖਾਂ ਦੀ ਲੈਣ ਲੰਬੀ ਹੋ ਜਾਂਦੀ ਆ। ਸਾਧ ਸੰਗਤ ਜੀ ਹੁਣ ਸਮਾਂ ਹੋ ਗਿਆ, ਅੱਗੇ ਆਪਾਂ ਵਿਚਾਰ ਕੱਲ੍ਹ ਨੂੰ ਕਰਾਂਗੇ। ਸਤਿਗੁਰੂ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਸਾਧ ਸੰਗਤ ਜੀ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਹੁੰਦੀਆਂ ਨੇ, ਕਿਉਂਕਿ ਬਰਮ ਲੈਵਲ ਦੇ ਪੱਧਰ ਦੀ ਵਿਚਾਰ ਹੈ। ਇੱਕ ਮੇਰੇ ਵਰਗੇ ਜੀਵ ਦੀ ਕੀ ਔਕਾਤ ਹੈ ਕਿ ਇਹਦੀ ਵਿਚਾਰ ਸਹੀ ਤਰੀਕੇ ਨਾਲ ਗੁਰੂ ਆਸ਼ੇ ਅਨੁਸਾਰ ਕਰ ਸਕੇ। ਜਿੰਨੀ ਕੁ ਗੁਰੂ ਨੇ ਸੋਝੀ ਬਖਸ਼ੀ ਹੈ, ਜਿੰਨੀ ਗੁਰੂ ਨੇ ਬੁੱਧੀ ਬਖਸ਼ੀ ਹੈ, ਉਹਦੇ ਮੁਤਾਬਕ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਰਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।